ਤੁਸੀਂ ਸਿਆਸਤਦਾਨ ਵੀ ਹੋ, ਤੁਸੀਂ ਭਾਵੇਂ ਪੇਸ਼ੇ ਦੇ ਡਾਕਟਰ ਹੋ, ਬਟ ਤੁਸੀਂ ਸੋਚਦੇ ਹੋ ਕਿ ਉਹ ਸਿਆਸਤਦਾਨ ਹੋ ਕੇ ਇਹ ਕੰਟਰੋਲ ਛੱਡਿਆ ਵੀ ਜਾ ਸਕਦਾ? ਬਿਕੋਜ਼ ਅੱਜ ਤੱਕ ਅਸੀਂ ਕੋਈ ਸਥਿਤੀ ਦੇਖ ਲਈਏ ਕਦੀ ਸਿਆਸਤਦਾਨ ਕੰਟਰੋਲ ਛੱਡ ਨਹੀਂ ਪਾਉਂਦਾ। ਇਨਸਾਨ ਹੀ ਸਭ ਤੋਂ ਵੱਧ ਤਾਕਤਵਰ ਆ। ਉਹ ਦੁਨੀਆ ਨੇ ਸਾਰੀ ਦੁਨੀਆ ਨੂੰ 1 ਮਿੰਟ ਵਾਸਤੇ ਰੋਕ ਕੇ ਸਮਝਾ ਤਾਂ ਦਿੱਤਾ। ਜਿਹੜੇ ਉੱਪਰ ਉੱਡ ਰਹੇ ਸੀ ਉਹਨਾਂ ਨੂੰ ਵੀ ਜ਼ਮੀਨ 'ਤੇ, ਜਿਹੜੇ ਸਮੁੰਦਰ 'ਚ ਤੈਰਦੇ ਸੀ ਉਹਨਾਂ ਨੂੰ ਵੀ ਜ਼ਮੀਨ 'ਤੇ ਰੋਕ ਕੇ ਸਾਰਿਆਂ ਨੂੰ ਦਿਖਾ ਦਿੱਤਾ। ਪੰਜਾਬ ਪੁਲਿਸ ਦੇ 2-3 ਸਾਲ ਪਹਿਲੇ ਸਰਵੇ ਵੀ ਹੋਇਆ ਸੀ ਕਿ ਪੰਜਾਬ ਦੇ ਲੋਕ ਸਭ ਤੋਂ ਵੱਧ ਪੁਲਿਸ ਤੋਂ ਡਰਦੇ ਨੇ ਪੂਰੇ ਦੇਸ਼ ਵਿੱਚੋਂ। ਸੋ ਇਹ ਪੰਜਾਬ ਪੁਲਿਸ ਦਾ ਜਿਹੜਾ ਡੰਡੇ ਦਾ ਰੋਬ ਹੈ ਇਹ ਹਰ ਸਰਕਾਰ ਨੇ ਵੀ ਇਸਤੇਮਾਲ ਕੀਤਾ। ਸੋ ਇਹਦੇ ਵਿੱਚ ਕੀ ਕਮਜ਼ੋਰੀਆਂ? ਪਰ ਅਸੀਂ ਜਿਹੜਾ ਹੈਗਾ ਸਿਸਟਮ ਇਹ ਬਣਾ ਲਿਆ ਕਿ ਕਦੀ ਨਾਈਟ ਕਰਫਿਊ ਲਾ ਲਓ, ਕਦੀ ਸਾਰਾ ਦਿਨ। ਜਿਹੜੇ ਅਫਸਰ ਇਹ ਨਹੀਂ ਡਿਸਾਈਡ ਪਾ ਰਹੇ ਕਿ ਦੁਕਾਨਾਂ ਦਾ ਟਾਈਮ ਕੀ ਹੋਣਾ ਚਾਹੀਦਾ, ਤੁਸੀਂ ਕਿੰਨਾ ਕੁ ਭਰੋਸਾ ਇਹਨਾਂ 'ਤੇ ਕਰ ਸਕਦੇ? ਇਹੋ ਜਿਹੇ ਆંકੜੇ ਸਾਹਮਣੇ ਆ ਰਹੇ, ਪਿੰਡ ਵਾਲੇ ਇੱਕ ਡਰ ਵੀ ਪੈ ਗਿਆ, ਉਹ ਬਾਹਰ ਆ ਕੇ ਦੱਸਦੇ ਵੀ ਨਹੀਂ, ਉਹ ਕਹਿੰਦੇ ਚਲੋ ਜੀ ਕਰੋਸਿਨ ਖਾ ਕੇ ਠੀਕ ਕਰ ਲਾਂਗੇ। ਜ਼ਿਆਦਾਤਰ ਪੁਲਿਸ ਨੂੰ ਅੱਗੇ ਕਰਕੇ ਲੜਾਈ ਲੜਦੇ ਨੇ। ਹੋਮ ਮਿਨਿਸਟਰੀ ਜ਼ਿਆਦਾ ਲੜਦੀ ਦਿਸਦੀ ਸੀ, ਹੈਲਥ ਮਿਨਿਸਟਰੀ ਘੱਟ ਲੜਦੀ ਦਿਸਦੀ ਸੀ। ਪ੍ਰਾਈਵੇਟ ਸੈਕਟਰ ਜਿਹੜਾ ਨਿੱਜੀ ਸੈਕਟਰ ਜਿੱਤੇ ਹੁਣ ਇੱਕ ਬੈੱਡ ਲੈਣ ਲਈ ਵੀ ਪਗੜੀ ਦੇਣੀ ਪੈ ਰਹੀ ਹੈ। ਐਕਚੁਅਲੀ ਇਹੋ ਜਿਹੀਆਂ ਖਬਰਾਂ ਆ ਰਹੀਆਂ। ਪ੍ਰਾਈਵੇਟ ਹਸਪਤਾਲ ਦਾ ਹੱਥ ਹੀ ਨਹੀਂ ਲਾਉਂਦੇ ਰਹੇ। ਪਹਿਲਾਂ ਲੱਖਾਂ ਰੁਪਏ ਜਿਹੜੀ ਤੁਹਾਡੀ ਜੇਬ 'ਚ ਹੋਣ, ਤੁਸੀਂ ਪ੍ਰਾਈਵੇਟ ਹਸਪਤਾਲ ਬੈੱਡ ਹੀ ਨਹੀਂ ਮਿਲਦਾ। ਕਿੱਥੇ ਉਹ ਛਵੀ ਹਮੇਸ਼ਾ ਪਲਾਂ ਲਈ ਰਹਿੰਦੀ ਹੈ। ਲੋੜ ਪਈ ਤਾਂ ਵਧੀਆ, ਜਦ ਲੋੜ ਖਤਮ ਹੋ ਜਾਏਗੀ ਤਾਂ ਫਿਰ ਉਹ ਆਤੰਕਵਾਦੀ ਟੈਗ ਆ ਜਾਂਦਾ ਹੈਗਾ। ਇਹਦੇ ਵਿੱਚ ਕਿੱਥੇ ਮੈਂ ਕਮਜ਼ੋਰੀ, ਬਿਕੋਜ਼ ਤੁਸੀਂ ਪੰਥਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ SGPC ਤੋਂ, ਸੋ ਇੱਥੇ ਕਿੱਥੇ ਕਮਜ਼ੋਰੀ ਤੁਹਾਡੇ ਵੱਲੋਂ ਕਿੱਥੇ ਰਹੀ ਹੈ ਕਿ ਉਸ ਛਵੀ ਨੂੰ ਅਸੀਂ ਉਸ ਤਰ੍ਹਾਂ ਨਹੀਂ ਬਣਾ ਸਕੇ ਜੋ ਐਕਚੁਅਲ ਰਿਐਲਿਟੀ ਹੈ? ਦਿੱਲੀ ਦੇ ਵਿੱਚ ਵੀ ਬੜਾ ਉੱਪਰ ਤੱਕ ਦੇਖਣ ਨੂੰ ਆਇਆ। ਪੰਜਾਬ ਦੇ ਵਿੱਚ ਵੀ ਲੋਕ ਇਹ ਮਹਿਸੂਸ ਕਰਦੇ ਆ ਕਿ ਜੇ ਹੋਰ ਕੋਈ ਨਹੀਂ ਤਾਂ ਗੁਰੂ ਘਰਾਂ ਦੇ ਦਰਵਾਜ਼ੇ ਤਾਂ ਹਰ ਗੱਲ ਵਾਸਤੇ ਖੁੱਲ੍ਹੇ ਆ। ਅੱਛਾ, ਵੱਡੀ ਗੱਲ ਸੀ ਇਕੱਲਾ ਲੰਗਰਾਂ ਵਾਸਤੇ ਨਹੀਂ ਖੁੱਲ੍ਹੇ, ਅਸੀਂ ਦਿਲ ਖੋਲ੍ਹਿਆ ਕਿ ਸਰਾਵਾਂ ਨੂੰ ਵੀ ਕੁਆਰੰਟੀਨ ਬਣਾਇਆ, ਜਿਹੜੀ ਮੈਂ ਸਮਝਦਾ ਬੜੀ ਇੱਕ ਅੱਛੀ ਡਿਵੈਲਪਮੈਂਟ ਸੀ। ਅਸੀਂ ਅਕਸਰ ਗੱਲ ਕਰਦੇ ਹਾਂ ਕਿ ਸਿਆਸਤਦਾਨ ਜੇ ਪੜ੍ਹੇ ਲਿਖੇ ਹੋਣ, ਸਿਆਸਤਦਾਨ ਜੇ ਕਿਸੇ ਪ੍ਰੋਫੈਸ਼ਨਲ ਬੈਕਗਰਾਊਂਡ ਤੋਂ ਆਉਣ, ਉਸਦਾ ਕੀ ਅਸਰ ਪਏਗਾ। ਅੱਜ ਸਾਡੇ ਨਾਲ ਇੱਕ ਐਸੇ ਸਿਆਸਤਦਾਨ ਨੇ ਜੋ ਆਪ ਹੀ ਡਾਕਟਰ ਰਹਿ ਚੁੱਕੇ ਨੇ, ਡਾਕਟਰ ਦਲਜੀਤ ਸਿੰਘ ਚੀਮਾ, ਔਰ ਅਸੀਂ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਜਿਸ ਤਰ੍ਹਾਂ ਦੇਸ਼ ਤੇ ਪੰਜਾਬ ਦਾ ਸੂਬਾ ਮਹਾਮਾਰੀ 'ਚੋਂ ਗੁਜ਼ਰ ਰਿਹਾ ਹੈ, ਕੀ ਸਬਕ ਸਿੱਖੇ ਹੈ, ਅੱਜ ਕੀ ਕਰਨਾ ਚਾਹੀਦਾ ਤੇ ਆਉਣ ਵਾਲੇ ਸਮੇਂ ਵਿੱਚ ਇਸ ਨਾਲ ਨੀਤੀਆਂ ਵਿੱਚ ਕੀ ਫਰਕ ਆਏਗਾ। ਸਰ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸਰ, ਤੁਸੀਂ ਅੱਜ ਤਾਕਤ ਵਿੱਚ ਤੇ ਨਹੀਂ ਹੋ, ਸੱਤਾ ਵਿੱਚ ਨਹੀਂ ਹੋ, ਔਰ ਬਤੌਰ ਡਾਕਟਰ ਬੜਾ ਕੁਝ ਦਿਲ ਕਰਦਾ ਹੋਣਾ ਕਿ ਜੇ ਮੈਂ ਹੁੰਦਾ ਅੱਜ ਤਾਕਤ ਵਿੱਚ ਤਾਂ ਮੈਂ ਕੁਝ ਵੱਖਰਾ ਕਰਦਾ। ਸੋ ਕੀ ਦਿਲ ਕਰਦਾ ਐਜ਼ ਅ ਡਾਕਟਰ ਐਂਡ ਅ ਸਿਆਸਤਦਾਨ ਦਾ ਮਿਕਸ ਹੋ ਕੇ ਕਿ ਵੀ ਅੱਜ ਕੀ ਹੋਇਆ ਤੇ ਕੀ ਹੋਣਾ ਚਾਹੀਦਾ ਸੀਗਾ? ਦੇਖੋ, ਗੱਲ ਇਹ ਹੈ ਕਿ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਮਹਾਮਾਰੀ ਆ, ਔਰ ਇਹ ਵੀ ਕਲੀਅਰ ਹੈ ਕਿ ਕਿਸੇ ਦੂਜੇ ਦੇਸ਼ ਦੇ ਵਿੱਚ ਸ਼ੁਰੂ ਹੋਈ ਤੇ ਅਸੀਂ ਉਹਦਾ ਸ਼ਿਕਾਰ ਹੋਏ, ਜਿਸ ਤਰ੍ਹਾਂ ਬਾਕੀ ਦੁਨੀਆ ਹੋਈ ਉਸੇ ਤਰ੍ਹਾਂ ਹੋਈ। ਪਰ ਇਹ ਜ਼ਰੂਰ ਹੈ ਕਿ ਬਹੁਤ ਸਾਰੇ ਜਿਹੜੇ ਡਿਸੀਜਨ ਹੈ, ਜਿਸ ਤਰੀਕੇ ਲਏ ਗਏ, ਜਿਸ ਕਾਹਲੀ 'ਚ ਲਏ ਗਏ, ਉਹਦੇ ਨਾਲ ਅਸੀਂ ਬਿਮਾਰੀ ਨੂੰ ਵੀ ਚੰਗੀ ਤਰ੍ਹਾਂ ਕਾਊਂਟਰ ਨਹੀਂ ਕਰ ਪਾਏ ਤੇ ਨਾਲ ਹੋਰ ਐਡੀਸ਼ਨਲ ਪ੍ਰੋਬਲਮ ਬਹੁਤ ਸਾਰੀਆਂ ਦੇਸ਼ ਦੇ ਵਿੱਚ ਜਿਹੜੀਆਂ ਆਰਥਿਕਤਾ ਦੇ ਨਾਲ ਜੁੜੀਆਂ ਹੋਈਆਂ ਉਹ ਕਾਇਮ ਕਰ ਬੈਠੇ। ਜੀ, ਜ਼ਰੂਰ ਸੀ ਕਿ ਸਹਿਜ ਦੇ ਨਾਲ ਪੂਰੀ ਕੰਸਲਟੇਸ਼ਨ, ਮੈਡੀਕਲ ਕੰਸਲਟੇਸ਼ਨ ਦੇ ਨਾਲ ਅਸੀਂ ਸਾਇੰਟੀਫਿਕ ਡਿਸੀਜਨ ਲੈਂਦੇ। ਅਸੀਂ ਕੋਈ ਜ਼ਿਆਦਾ ਭਾਵਕ ਹੋ ਕੇ ਤੁਸੀਂ ਪਿਛਲੇ ਤਾਲਾਬੰਦੀ ਦੀ ਗੱਲ ਕਰੋ, ਜੋ ਤਾਲਾਬੰਦੀ ਪਿਛਲੇ ਸਾਲ ਤੋਂ? ਹਾਂ, ਬਿਲਕੁਲ, ਤਾਲਾਬੰਦੀ ਠੀਕ ਹੈ, ਕਿਉਂਕਿ ਜਦੋਂ ਵੀ ਵਾਇਰਸ ਇੱਕ ਬੰਦੇ ਤੋਂ ਦੂਜੇ ਬੰਦੇ ਤੱਕ ਜਾਂਦਾ ਤੇ ਅਪਰੋਕਸੀਮੇਟਲੀ ਅਸੀਂ 14 ਦਿਨ ਦਾ ਇਨਕੂਬੇਸ਼ਨ ਪੀਰੀਅਡ ਲੈ ਕੇ ਚੱਲਦੇ ਹਾਂ ਕਿ ਇੰਨੇ ਦਿਨਾਂ 'ਚ ਉਹ ਬੰਦਾ ਜਾਂ ਤਾਂ ਕਿਉਰ ਹੋ ਜਾਏਗਾ, ਜੇ ਉਹਨੇ ਕੋਈ ਕਿਤੋਂ ਵਾਇਰਸ ਲੈ ਲਿਆ ਤੇ ਜਾਂ ਬਿਮਾਰੀ ਉਹਦੇ ਵਿੱਚ ਨਜ਼ਰ ਆਉਣ ਲੱਗ ਜਾਏਗੀ। ਪਰ ਜਿਸ ਤਰੀਕੇ ਅਸੀਂ ਉਹਨੂੰ ਵਧਾਈ ਗਏ ਔਰ ਜਿੰਨੀ ਫਾਸਟ ਲਾਕਡਾਊਨ ਕੀਤਾ, ਉਹ ਵੀ ਸਾਡੇ ਵਾਸਤੇ ਕਾਊਂਟਰ ਪ੍ਰੋਡਕਟਿਵ ਸਾਬਤ ਹੋਇਆ। ਕਿਉਂਕਿ ਉਸ ਸਟੇਜ 'ਤੇ ਮੈਂ ਸਮਝਦਾ, ਜੋ ਮੈਨੂੰ ਲੱਗਦਾ ਕਿ ਸ਼ਾਇਦ ਏਅਰਪੋਰਟ ਹੀ ਇਕੱਲੇ ਬੰਦ ਕਰਕੇ ਤੇ ਅਸੀਂ ਬਾਕੀ ਲੋਕਾਂ ਨੂੰ ਜੇ ਪ੍ਰੋਪਰ ਅਸੀਂ ਵਾਰਨਿੰਗ ਦੇ ਦਿੰਦੇ ਕਿ 2-3 ਦਿਨਾਂ ਦੇ ਵਿੱਚ ਜਿਹੜੇ ਇੱਧਰ ਉੱਧਰ ਗਏ ਆ ਉਹ ਵਾਪਸ ਚਲੇ ਜਾਣ ਤਾਂ ਬੈਟਰ ਹੈ ਕਿ ਫਿਰ 14 ਦਿਨ ਨਹੀਂ ਜਾ ਸਕਣਗੇ, ਤਾਂ ਸ਼ਾਇਦ ਕਾਫੀ ਜਿਹੜਾ ਨੁਕਸਾਨ ਹੋਇਆ ਬਚ ਸਕਦਾ। ਘਬਰਾਹਟ ਨਾ ਹੁੰਦੀ ਇਸ ਤਰੀਕੇ ਦੀ। ਔਰ ਇੱਕ ਇਹ ਸੀ ਕਿ ਜਿਹੜਾ ਇੱਕ ਵਾਰੀ ਲਾਕਡਾਊਨ 'ਚ ਭੇਜਿਆ ਤੇ ਲਗਾਤਾਰ ਹੀ ਜਿਹੜਾ ਲਾਕਡਾਊਨ ਕੰਟੀਨਿਊਡ ਰਿਹਾ, ਉਹਦੇ ਨਾਲ ਇਕਨੋਮਿਕ ਕ੍ਰਾਈਸਿਸ ਬਹੁਤ ਵੱਡੀ ਸ਼ੁਰੂ ਹੋਈ। ਔਰ ਜਿਹੜੀ ਫੋਰਸਡ ਮਾਈਗ੍ਰੇਸ਼ਨ ਹੋਈ ਉਹਨੇ ਸ਼ਾਇਦ ਸਪਰੈਡ ਜਿਹੜਾ ਜ਼ਿਆਦਾ ਕੀਤਾ, ਕਿਉਂਕਿ ਤੁਹਾਡੇ ਇੱਕ ਥਾਂ 'ਤੇ ਲੋਕਾਂ ਨੂੰ ਸਥਿਰ ਕਰਨ ਦਾ ਮਤਲਬ ਸੀ ਕਿ ਜਿੱਥੇ ਕਿਤੇ ਬਿਮਾਰੀ ਹੈ ਉੱਥੇ ਹੀ ਕੰਟੇਨ ਹੋ ਜਾਏ,
ਜੇ ਕਿਸੇ ਨੂੰ ਬਿਮਾਰੀ ਹੋਵੇ ਤਾਂ ਉਹਨੂੰ ਇਮੀਡੀਏਟਲੀ ਅਸੀਂ ਜਿਹੜਾ ਹਸਪੀਟਲ ਲੈ ਜਾਈਏ ਤੇ ਉਹਦੇ ਕੰਟੈਕਟ ਟ੍ਰੇਸ ਕਰਕੇ ਉਹਨਾਂ ਨੂੰ ਅੰਡਰ ਸੁਪਰਵਿਜ਼ਨ ਕਰ ਲਈਏ। ਪਰ ਜਿਸ ਤਰ੍ਹਾਂ ਲੱਖਾਂ ਦੀ ਗਿਣਤੀ 'ਚ ਬੰਬੇ ਦੇ ਵਿੱਚੋਂ, ਦਿੱਲੀ ਦੇ ਵਿੱਚੋਂ, ਬਾਕੀ ਵੱਡੇ ਸ਼ਹਿਰਾਂ ਲੁਧਿਆਣਾ ਦੇ ਵਿੱਚੋਂ ਜਿਸ ਤਰ੍ਹਾਂ ਲੇਬਰ ਮਜਬੂਰੀ ਕਰਕੇ ਮਾਈਗ੍ਰੇਟ ਕੀਤੀ ਤੇ ਸ਼ਾਇਦ ਉਹਦੇ ਨਾਲ ਅਸੀਂ ਸਪਰੈਡ ਜਿਹੜਾ ਰੋਕਣ ਦੀ ਬਜਾਏ ਜ਼ਿਆਦਾ ਖੜਾ ਕਰਤਾ। ਔਰ ਸਾਈਡ ਬਾਈ ਸਾਈਡ ਜਿਹੜੀ ਇਕਨੋਮਿਕ ਸਲੋ ਡਾਊਨ ਹੋ ਗਈ, ਉਹਦੇ ਨਾਲ ਜਿਹੜੇ ਆਪਣੇ ਰਿਸੋਰਸਿਸ ਸੀ ਜਿਨ੍ਹਾਂ ਦੇ ਨਾਲ ਅਸੀਂ ਮੈਨੇਜ ਕਰਨਾ ਸੀ ਕਿ ਬਾਕੀ ਚੀਜ਼ਾਂ ਪ੍ਰਾਇਓਰਟਾਈਜ਼ ਕਰਕੇ ਫੋਕਸ ਕਰਨਾ ਸੀ ਇਕਾਨਮੀ ਨੂੰ, ਆਪਣੀ ਨੂੰ ਹੈਲਥ ਵਾਲੀ ਸਾਈਡ ਤੇ ਉੱਥੇ ਗਵਰਨਮੈਂਟਾਂ ਨੂੰ ਆਪ ਚੱਲਣ ਦੇ ਵਿੱਚ ਹੀ ਦਿੱਕਤ ਮਹਿਸੂਸ ਹੋ ਗਈ ਕਿ ਹੁਣ ਸਾਰਾ ਟੈਕਸੇਸ਼ਨ ਦਾ ਹੀ ਕੰਮ ਬੰਦ ਹੋ ਗਿਆ। ਸਰ ਜੇ ਤੁਸੀਂ ਸਪੋਜ਼ਿੰਗ ਅਸੀਂ ਜਿਸ ਤਰ੍ਹਾਂ ਦੇਖਦੇ ਹਾਂ ਆਰਥਿਕ ਸਥਿਤੀ ਦੀ ਗੱਲ ਕਰੀਏ, ਜਿਸ ਤਰ੍ਹਾਂ ਮਦਦ ਵੀ ਨਹੀਂ ਕੀਤੀ ਗਈ, ਲੋਨ ਮਿਲਣੇ ਲਾਏ ਗਏ ਲਿਟਰਲੀ, ਉਹ ਵੀ ਬਹੁਤ ਲੋਕਾਂ ਵਿੱਚ ਘਬਰਾਹਟ, ਔਰ ਫਿਰ ਸਡਨਲੀ ਜਦ ਕਹਿਤਾ ਗਿਆ ਕਿ ਦੀਵਾਲੀ ਆਈ ਤਾਂ ਸਭ ਕੁਝ ਠੀਕ ਹੋ ਗਿਆ ਹੈ। ਇੱਥੇ ਵੀ ਅਸੀਂ ਬਹੁਤ ਕਾਲ ਕੀਤੀ ਇਹ ਡਿਕਲੇਅਰ ਕਰਨ ਲਈ ਕਿ ਅਸੀਂ ਮੁਕਤ ਹੋ ਗਏ ਹਾਂ, ਅਸੀਂ ਫ੍ਰੀ ਹੋ ਗਏ ਹਾਂ, ਸਭ ਕੁਝ। ਜਿਹੜੀ ਸਭ ਤੋਂ ਵੱਡੀ ਜਿਹੜੀ ਗਲਤੀ ਅਸੀਂ ਕੀਤੀ ਕਿ ਅਸੀਂ ਹੈਲਥ ਡਿਪਾਰਟਮੈਂਟ ਨੂੰ ਅੱਗੇ ਕਰਨ ਦੀ ਬਜਾਏ ਜ਼ਿਆਦਾਤਰ ਪੁਲਿਸ ਨੂੰ ਅੱਗੇ ਕਰਕੇ ਲੜਾਈ ਲੜਦੇ ਰਹੇ। ਹੋਮ ਮਿਨਿਸਟਰੀ ਜ਼ਿਆਦਾ ਲੜਦੀ ਦਿਸਦੀ ਸੀ, ਹੈਲਥ ਮਿਨਿਸਟਰੀ ਘੱਟ ਲੜਦੀ ਦਿਸਦੀ ਸੀ, ਚਾਹੇ ਉਹ ਨੈਸ਼ਨਲ ਲੈਵਲ ਦੇ ਉੱਤੇ ਆ, ਚਾਹੇ ਉਹ ਸਟੇਟਾਂ ਦੇ ਲੈਵਲ ਦੇ ਉੱਤੇ। ਚਾਹੀਦਾ ਇਹ ਸੀ ਕਿ ਅੱਗੇ ਹੋ ਕੇ ਜਿਹੜੀ ਡਾਕਟਰਸ ਦੀ ਟੀਮ ਹੈ, ਚਾਹੇ ਉੱਤੇ ICMR ਆ, ਉਹ ਕੰਟਰੋਲ ਲੈਂਦੀ, ਔਰ ਸਾਰੀਆਂ ਸਟੇਟਾਂ ਦੇ ਵਿੱਚ ਜੋ ਡਾਇਰੈਕਟਰ ਹੈਲਥ ਸਰਵਿਸਿਜ਼ ਹੈਗੇ ਆ ਜਿਨ੍ਹਾਂ ਦਾ ਐਕਸਪੀਰੀਅੰਸਡ ਆ, ਥੱਲੇ ਐਕਸਪੀਰੀਅੰਸ ਹੈ ਜਿਨ੍ਹਾਂ ਦਾ, ਜਿਹਦੇ ਗਰਾਊਂਡ ਰਿਐਲਿਟੀਜ਼ ਦੇ ਨਾਲ ਵੀ ਇਨ ਟੱਚ ਹੈ ਕਿ ਸਾਡੇ ਕੋਲ ਹੈ ਕੀ ਹੈ। ਦੋ ਗੱਲਾਂ ਬੜੀਆਂ ਇੰਪੋਰਟੈਂਟ ਹੁੰਦੀਆਂ। ਬਿਲਕੁਲ, ਤੁਸੀਂ ਸਰਕਾਰ ਵਿੱਚ ਰਹਿ ਚੁੱਕੇ ਹੋ, ਤੁਸੀਂ ਸਿਆਸਤਦਾਨ ਵੀ ਹੋ, ਤੁਸੀਂ ਭਾਵੇਂ ਪੇਸ਼ੇ ਦੇ ਡਾਕਟਰ ਹੋ, ਬਟ ਤੁਸੀਂ ਸੋਚਦੇ ਹੋ ਕਿ ਉਹ ਸਿਆਸਤਦਾਨ ਹੋ ਕੇ ਇਹ ਕੰਟਰੋਲ ਛੱਡਿਆ ਵੀ ਜਾ ਸਕਦਾ? ਬਿਕੋਜ਼ ਅੱਜ ਤੱਕ ਅਸੀਂ ਕੋਈ ਸਥਿਤੀ ਦੇਖ ਲਈਏ ਕਦੀ ਸਿਆਸਤਦਾਨ ਕੰਟਰੋਲ ਛੱਡ ਨਹੀਂ ਪਾਉਂਦਾ। ਹਾਂ, ਇਹੀ ਇੱਥੇ ਵੀ ਇਹੀ ਹੋਇਆ। ਪਰ ਜੇ ਤੁਸੀਂ ਛੱਡ ਪਾਉਂਦੇ 100% ਬਿਲਕੁਲ, ਮੈਂ ਤੁਹਾਡੀ ਗੱਲ ਨਾਲ 200% ਸਹਿਮਤ ਹਾਂ ਕਿ ਇੱਕ ਕਮਜ਼ੋਰੀ ਬਣ ਗਈ ਸਾਡੀ ਕਿ ਅਸੀਂ ਉਹ ਚੈਲੰਜ ਲੈ ਨਹੀਂ ਦੇਂਗੇ। ਲੋਕੀ ਕਹਿਣਗੇ ਕਿ ਇਹ ਨਹੀਂ ਨਜ਼ਰ ਆ ਰਿਹਾ, ਉਹ ਨਹੀਂ ਨਜ਼ਰ ਆ ਰਿਹਾ, ਮੇਰਾ ਨਜ਼ਰ ਆਉਣਾ ਜ਼ਿਆਦਾ ਜ਼ਰੂਰੀ ਹੈ, ਬਲਕਿ ਜਿਹੜਾ ਐਕਚੁਅਲੀ ਜਿਹਦੇ ਤੇ ਲੋਕੀ ਉਸ ਮੌਕੇ ਤੇ ਫੇਥ ਕਰਦੇ। ਦੇਖੋ, ਤੁਸੀਂ ਕਿਤੇ ਵੀ ਵੱਡੀ ਮੁਸੀਬਤ 'ਚ ਹੁੰਦੇ ਹੋ, ਹਸਪੀਟਲ ਜਾਂਦੇ ਹੋ, ਤਾਂ ਤੁਹਾਨੂੰ ਜੇ ਕੋਈ ਵੀ ਆ ਕੇ ਸਮਝਾਈ ਜਾਵੇ ਤੁਹਾਡੀ ਤਸੱਲੀ ਨਹੀਂ ਹੁੰਦੀ। ਜਦੋਂ ਡਾਕਟਰ ਦੋ ਲਫ਼ਜ਼ ਆ ਕੇ ਕਹਿੰਦਾ ਕਿ ਪੇਸ਼ੈਂਟ ਦੀ ਕੰਡੀਸ਼ਨ ਇਹ ਹੈ, ਤਾਂ ਤੁਸੀਂ ਆਰਾਮ ਨਾਲ ਬੈਠ ਜਾਂਦੇ ਕਿ ਹੁਣ ਤਾਂ ਡਾਕਟਰ ਨੇ ਆਪ ਸਾਨੂੰ ਸਾਰੀ ਸਥਿਤੀ ਐਕਸਪਲੇਨ ਕੀਤੀ ਹੈ। ਇੱਥੇ ਵੀ ਇਹੀ ਹੋਣਾ ਚਾਹੀਦਾ ਸੀ ਕਿ ਡਿਸੀਜਨਸ ਵੀ ਉਹਨਾਂ ਨੂੰ ਲੈਣ ਦੇਣੇ ਚਾਹੀਦੇ ਸੀ। ਉਹਨਾਂ ਨੂੰ ਗਰਾਊਂਡ ਰਿਐਲਿਟੀ ਵੀ ਪਤਾ ਸੀ ਕਿ ਕਿਸ ਹੱਦ ਤੱਕ ਇਹ ਚੀਜ਼ਾਂ ਕਾਮਯਾਬ ਹੋ ਸਕੀਆਂ। ਕਮਿਊਨਿਟੀ ਇਨਵੋਲਵਮੈਂਟ ਦੀ ਜ਼ਰੂਰਤ ਸੀ ਐਜੂਕੇਸ਼ਨ ਵਾਸਤੇ, ਅਵੇਅਰਨੈਸ ਵਾਸਤੇ। ਉੱਥੇ ਅਸੀਂ ਪੁਲਿਸ ਨਾਲ, ਡੰਡੇ ਨਾਲ ਜ਼ਿਆਦਾ ਵਰਤੋਂ ਸ਼ੁਰੂ ਕਰਤੀ, ਜਿਹਦੇ ਨਾਲ ਅਸੀਂ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਬਜਾਏ ਅਸੀਂ ਜਿਹੜੀ ਹੈ ਬੇਭਰੋਸਗੀ ਜਿਹੜੀ ਆ ਉਹ ਪ੍ਰਗਟ ਕਰ। ਸਰ, ਪੰਜਾਬ ਪੁਲਿਸ ਦੇ 2-3 ਸਾਲ ਪਹਿਲੇ ਸਰਵੇ ਵੀ ਹੋਇਆ ਸੀ ਕਿ ਪੰਜਾਬ ਦੇ ਲੋਕ ਸਭ ਤੋਂ ਵੱਧ ਪੁਲਿਸ ਤੋਂ ਡਰਦੇ ਨੇ ਪੂਰੇ ਦੇਸ਼ ਵਿੱਚੋਂ। ਸੋ ਇਹ ਪੰਜਾਬ ਪੁਲਿਸ ਦਾ ਜਿਹੜਾ ਡੰਡੇ ਦਾ ਰੋਬ ਹੈ, ਇਹ ਹਰ ਸਰਕਾਰ ਨੇ ਵੀ ਇਸਤੇਮਾਲ ਕੀਤਾ। ਸੋ ਇਹਦੇ ਵਿੱਚ ਕੀ ਕਮਜ਼ੋਰੀਆਂ ਹੈ? ਮਤਲਬ ਤੁਸੀਂ ਕੀ ਚੇਂਜ ਲਿਆਉਣਾ ਚਾਹੋਗੇ ਕਦੀ? ਨਹੀਂ, ਦੇਖੋ, ਗੱਲ ਹੈ ਜਦੋਂ ਇੱਕ ਬਿਮਾਰੀ ਦੀ ਤੁਸੀਂ ਗੱਲ ਲੈ ਕੇ ਚੱਲਦੇ ਹੋ ਤਾਂ ਡੰਡੇ ਦੀ ਕੀ ਜ਼ਰੂਰਤ ਆ? ਹੈਲਥ ਤਾਂ ਉਹਦੀ ਹੈ ਨਾ ਜਿਹਨੂੰ ਤੁਸੀਂ ਡੰਡਾ ਮਾਰ ਰਹੇ ਹੋ, ਅਤੇ ਉਹ ਗੱਲ ਸਮਝਾਓਗੇ ਬੈਟਰ ਤਰੀਕੇ ਦੇ ਨਾਲ। ਰੋਜ਼ ਆ ਕੇ TV ਦੇ ਉੱਤੇ ਡਾਕਟਰ ਸਮਝਾਉਣਗੇ, ਤੁਹਾਡੀ ਟੀਮ ਸਮਝਾਏਗੀ, ਤੁਸੀਂ ਅਵੇਅਰਨੈਸ ਦਾ ਕੰਪੇਨ ਪਿੱਛੇ ਰਹਿ ਕੇ ਉਸ ਤਰ੍ਹਾਂ ਦਾ ਬਣਾਓ ਜਿਹੜਾ ਲੋਕਾਂ ਨੂੰ ਗੱਲ ਸਮਝ ਆਏ ਕਿ ਬਿਮਾਰੀ ਹੈ ਕੀ ਹੈ ਔਰ ਇਹਨੂੰ ਰੋਕਿਆ ਕਿੱਦਾਂ ਜਾ ਸਕਦਾ। ਤੁਸੀਂ ਟ੍ਰੇਨਿੰਗ ਕਰਨੀ ਹੈ ਤਾਂ ਸ਼ਹਿਰਾਂ ਦੇ ਵਿੱਚ ਕਾਉਂਸਲਰਸ ਦੀ ਕਰੋ, ਟ੍ਰੇਨਿੰਗ ਕਰਨੀ ਹੈ ਤਾਂ ਪਿੱਛੇ ਰਹਿ ਕੇ ਸਰਪੰਚਾਂ ਦੀ ਕਰੋ, ਪੰਚਾਇਤਾਂ ਦੀ ਕਰੋ। ਅਸੀਂ ਉਹ ਸਿਸਟਮ ਨਹੀਂ ਯੂਜ਼ ਕੀਤਾ। ਤੁਸੀਂ ਜਿਹੜੇ ਪੋਲੀਟੀਸ਼ੀਅਨ ਨੂੰ ਉਹ ਚੀਜ਼ਾਂ ਤਿਆਰ ਕਰਨੀਆਂ ਚਾਹੀਦੀਆਂ ਸੀ ਹੈਲਥ ਵਾਲਿਆਂ ਤੋਂ ਸਮਝ ਕੇ, ਔਰ ਹੈਲਥ ਵਾਲਿਆਂ ਨੂੰ ਡੀਲ ਕਰਨਾ ਚਾਹੀਦਾ ਸੀ ਅੱਗੇ ਹੋ ਕੇ ਬਿਮਾਰੀ ਦੇ ਨਾਲ। ਔਰ ਜਿਹੜੀ ਫਾਈਨੈਂਸ਼ੀਅਲ ਹੈਲਪ ਹੈ, ਸਾਰੀਆਂ ਪ੍ਰਾਇਓਰਟੀਜ਼ ਬਾਕੀ ਹਟਾ ਕੇ ਉਹ ਹੈਲਥ 'ਤੇ ਦੇਣੀ ਚਾਹੀਦੀ ਸੀ ਕਿ ਜੇ ਅਸੀਂ ਬੈੱਡ ਦੀ ਕੈਪੈਸਿਟੀ ਵਧਾਉਣ ਦੀ ਲੋੜ ਹੈ ਉਹ ਬੰਦੇ, ਜੇ ਸਟਾਫ ਦੀ ਟ੍ਰੇਨਿੰਗ ਬੈਟਰ ਕਰਨ ਦੀ ਲੋੜ ਹੈ ਉਹ ਕਰਦੇ, ਜੇ ਸਟਾਫ ਨੂੰ ਪ੍ਰੋਟੈਕਸ਼ਨ ਜ਼ਿਆਦਾ ਜ਼ਰੂਰਤ ਸੀ ਉਹ ਕਰਦੇ, ਜੇ ਸਟਾਫ ਨੂੰ ਇਨਸਿਕਿਉਰਿਟੀ ਵੱਧ ਹੈ ਤਾਂ ਭਾਵੇਂ ਕੋਈ ਫਾਈਨੈਂਸ਼ੀਅਲ ਬੈਨੀਫਿਟ ਉਹਨਾਂ ਨੂੰ ਦਿੰਦੇ, ਉਸ ਚੀਜ਼ ਵਾਸਤੇ ਵੀ ਉਹਨਾਂ ਨੂੰ ਮੋਟੀਵੇਟ ਕਰਦੇ। ਜੇ ਸਟਾਫ 'ਤੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹਨੂੰ ਅਸੀਂ ਹੋਰ ਬੈਟਰ ਤਰੀਕੇ ਨਾਲ ਡੀਲ ਕਰਦੇ ਕਿ ਉਹ ਅੱਗੇ ਹੋ ਕੇ ਲੜਨ ਦੇ ਵਿੱਚ ਹੋਰ ਬੈਟਰ ਸਮਰੱਥ ਹੁੰਦੇ। ਪਰ ਅਸੀਂ ਜਿਹੜਾ ਹੈਗਾ ਸਿਸਟਮ ਇਹ ਬਣਾ ਲਿਆ ਕਿ ਕਦੀ ਨਾਈਟ ਕਰਫਿਊ ਲਾ ਲਓ, ਕਦੀ ਸਾਰਾ ਦਿਨ। ਜਿਹੜੇ ਅਫਸਰ ਇਹ ਨਹੀਂ ਡਿਸਾਈਡ ਪਾ ਰਹੇ ਵੀ ਦੁਕਾਨਾਂ ਦਾ ਟਾਈਮ ਕੀ ਹੋਣਾ ਚਾਹੀਦਾ, ਤੁਸੀਂ ਕਿੰਨਾ ਕੁ ਭਰੋਸਾ ਇਹਨਾਂ 'ਤੇ ਕਰ ਸਕਦੇ? ਦੇਖੋ, ਦੁਕਾਨ ਜੇ ਸਵੇਰੇ 4 ਵਜੇ ਖੁੱਲ੍ਹ ਜੇ ਮਹਾਂਮਾਰੀ 'ਚ, ਅਤੇ ਜੇ ਕਿਸੇ ਨੂੰ ਰੋਟੀ ਮਿਲਦੀ ਹੋਵੇ ਤਾਂ ਤੁਹਾਨੂੰ ਕੀ ਨੁਕਸਾਨ ਹੈ? ਜੇ ਇਹ ਚੀਜ਼ਾਂ ਤੁਸੀਂ ਛੱਡ ਦਿਓ 4 ਦਿਨ, ਤੁਸੀਂ ਜੇ ਬਾਜ਼ਾਰਾਂ 'ਚ ਅੱਜ ਵੀ ਤੁਸੀਂ ਦੇਖੋਗੇ ਫਾਲਤੂ ਰਸ਼ ਨਹੀਂ ਹੈ ਬਾਜ਼ਾਰਾਂ ਦੇ ਵਿੱਚ। ਰਸ਼ ਇਸ ਕਰਕੇ ਹੈ ਕਿ ਜਿਹੜੀ ਦੁਕਾਨਾਂ ਦਾ ਟਾਈਮ 12 ਘੰਟੇ ਸੀ, ਤੁਸੀਂ 3 ਘੰਟੇ ਜਾਂ 4 ਘੰਟੇ ਕਰ ਦਿੱਤਾ, ਅਤੇ ਉਨੇ ਟਾਈਮ 'ਚ ਪਬਲਿਕ ਆਏਗੀ ਜ਼ਿਆਦਾ ਲੋਕ ਆਉਣਗੇ ਉਸ 'ਤੇ ਕੌਣ ਸਮਝਾਉਂਦਾ? ਹੁਣ ਇਹਨਾਂ ਅਫਸਰਾਂ ਤੋਂ ਸਾਨੂੰ ਨਹੀਂ ਸਮਝ ਲੱਗਦੀ ਕਿ ਜਿਹੜੀਆਂ ਬੇਸਿਕ ਚੀਜ਼ਾਂ ਇੱਕ ਸਧਾਰਨ ਬੰਦੇ ਤੋਂ ਸਿੱਖ ਲਓ। ਉਹ ਜੇ ਡਿਸੀਜਨ ਹਾਇਰ ਲੈਵਲ ਦੇ ਉੱਤੇ ਗਲਤ ਹੁੰਦੇ ਤਾਂ ਕਿਉਂ ਹੁੰਦੇ? ਫਿਰ ਨਾਈਟ ਕਰਫਿਊ ਦੀ ਕੀ ਅਹਿਮੀਅਤ ਹੈ? ਮੈਂ ਕਿਤੇ ਜਾਣਾ
ਮੈਂ ਪ੍ਰੈਫਰ ਕਰ ਦੇਵਾਂ ਕਿ ਮੈਂ ਰਾਤ ਨੂੰ ਜਾ ਕੇ ਤੇ ਅਰਲੀ ਚਲ ਜਾ ਤੇ ਮੈਨੂੰ ਦਿੱਲੀ ਜਾ ਕੇ ਰੁਕਣਾ ਨਾ ਪਏ, ਮੈਂ ਸ਼ਾਮ ਨੂੰ ਵਾਪਸ ਆ ਜਾਵਾਂ ਤੇ ਮੈਨੂੰ ਨਾਈਟ ਕਰਫਿਊ ਕਰਕੇ ਮਜਬੂਰੀ ਉੱਥੇ ਰਹਿਣਾ ਪਊਗਾ। ਤੇ ਮੈਨੂੰ ਦੱਸੋ ਨਾਈਟ ਕਰਫਿਊ ਦਾ ਕੀ ਫਾਇਦਾ ਹੋਇਆ? ਤੁਸੀਂ ਰਸ਼ ਵਾਲੀਆਂ ਪਲੇਸਿਸ ਨੂੰ ਡੀਕੰਜੈਸਟ ਕਰੋ। ਜੇ ਕਿਸੇ ਬਾਜ਼ਾਰ ਭੀੜਾ ਉੱਥੇ ਤੁਸੀਂ ਐਨਕਰੋਚਮੈਂਟ ਵਾਸਤੇ ਦੁਕਾਨਦਾਰਾਂ ਨੂੰ ਬੇਨਤੀ ਕਰੋ ਵੀ ਸਮਾਨ ਬਾਹਰ ਨਾ ਕੱਢੋ, ਵੀ ਨਹੀਂ ਤਾਂ ਸਾਨੂੰ ਟਾਈਮਿੰਗ ਕਰਟੇਲ ਕਰਨੀਆਂ ਪੈਣਗੀਆਂ। ਆਪਣੀਆਂ ਗੱਡੀਆਂ ਨਾਲ ਲੈ ਕੇ ਆਓ ਵੀ ਘੱਟੋ ਘੱਟ ਸਟ੍ਰੈਟੇਜੀ ਚਾਹੀਦੀ ਸੀ, ਉਹ ਸਟ੍ਰੈਟੇਜੀ ਨਹੀਂ ਬਣੀ। ਡੀਕੰਜੈਸਟ ਕਰਨ ਵਾਲੇ ਪਾਸੇ ਜਾਓ ਨਾ। ਤੁਸੀਂ ਕਦੀ ਇੱਕ ਪਾਸੇ ਦੀਆਂ ਖੋਲ੍ਹ ਲਓਗੇ, ਕਦੀ ਦੂਜੇ ਪਾਸੇ ਦੀਆਂ ਖੋਲ੍ਹ ਲਓਗੇ ਤੇ ਸਾਰੀਆਂ ਦੁਕਾਨਾਂ ਤਾਂ ਹੈ ਨਹੀਂ। ਜਿੰਨੇ ਸਮਾਨ ਜਿਹਨੂੰ ਮਿਲਦਾ ਹੀ ਖੱਬੇ ਪਾਸੇ ਵਾਲੀ ਦੁਕਾਨ ਤੋਂ ਹੈ ਤੇ ਉਹ ਫਿਰ ਅੱਜ ਵੀ ਆਊਗਾ, ਅੱਜ ਬੰਦ ਹੈ, ਕੱਲ੍ਹ ਫੇਰ ਆਊਗਾ। ਇਹ ਕੋਈ ਡਿਸੀਜਨ ਨਹੀਂ ਹੈਗੇ ਨਾ। ਜਿਹੜੀ ਮੈਂ ਕਹਿੰਦਾ ਹਾਸਾ ਹੁੰਦਾ ਡਿਸੀਜਨ 'ਤੇ। ਠੀਕ ਹੈ, ਸਕੂਲ ਬੰਦ ਕਰੋ, ਥੀਏਟਰ ਬੰਦ ਕਰੋ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹਨਾਂ ਤੋਂ ਬਿਨਾਂ ਜਿਹੜਾ ਤੁਹਾਨੂੰ ਲੱਗਦਾ ਕਿ ਜਿੱਥੇ ਨਹੀਂ ਤੁਸੀਂ ਰੋਕ ਸਕਦੇ ਕੁਛ ਦੇਰ ਵਾਸਤੇ ਉਹਨਾਂ ਨੂੰ ਰੋਕ ਲਓ। ਪਰ ਹਰ ਚੀਜ਼ ਜੇ ਤੁਸੀਂ ਜ਼ਿੰਦਗੀ ਦੀ ਬੰਦ ਕਰ ਦਿਓਗੇ ਤੇ ਉਹਦੇ ਨਾਲ ਬਹੁਤ ਮੁਸ਼ਕਲ ਹੁੰਦੀ ਹੈ, ਕਿਉਂਕਿ ਤੁਸੀਂ ਜਦੋਂ ਲੋਕਾਂ ਨੂੰ ਕੁਝ ਦੇ ਨਹੀਂ ਸਕਦੇ ਤੇ ਫਿਰ ਤੁਸੀਂ ਉਹਨੂੰ ਆਪ ਕਮਾ ਕੇ ਰੋਟੀ ਖਾ ਲਓ। ਇਹ ਵੀ ਇੱਕ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਭੁੱਖ ਨੰਗ ਨਾਲ ਲੋਕੀ ਮਰ ਜਾਣ, ਡਿਪਰੈਸ਼ਨ 'ਚ ਚਲੇ ਜਾਣ। ਇਸ ਵੇਲੇ ਸੋਸਾਇਟੀ 'ਚ ਤੁਸੀਂ ਦੇਖੋਗੇ ਡਿਪਰੈਸ਼ਨ ਦਾ ਲੈਵਲ ਬਹੁਤ ਹਾਈ, ਨੰਬਰ ਆਫ ਸੁਸਾਈਡਸ ਵੱਧ ਰਿਹਾ। ਕਾਰਨ ਕੀ ਹੈ ਕਿ ਜਦੋਂ ਬੰਦਾ ਡਿਗਨਿਟੀ ਨਾਲ ਲਾਈਫ ਨਹੀਂ ਜੀ ਸਕਦਾ, ਅਨਐਮਪਲੋਇਮੈਂਟ ਵੀ ਬਹੁਤ ਵੱਧ ਗਈ ਹੈ। ਅਨਐਮਪਲੋਇਮੈਂਟ ਬਹੁਤ ਵੱਧ ਗਈ। ਆਪਣੀ ਘਰਾਂ ਦੇ ਖਰਚੇ ਫਿਕਸ ਸੀਗੇ, ਇੱਕੋ ਦਮ ਨੌਕਰੀਆਂ ਤੋਂ ਜੌਬ ਮਿਲ ਗਿਆ ਤੇ ਘਰ ਬੈਠੇ ਇਕਾਂਤ ਦੇ ਵਿੱਚ ਡਿਪਰੈਸ਼ਨ ਹੈ। ਹੁਣ ਤੁਸੀਂ ਸੈਰ ਵੀ ਨਹੀਂ ਕਰਨ ਦਿੰਦੇ ਲੋਕਾਂ ਨੂੰ ਚੰਡੀਗੜ੍ਹ ਦੇ ਵਿੱਚ। ਹੁਣ ਮੈਨੂੰ ਦੱਸੋ ਵੀ ਇੱਥੇ ਕੀ ਮੈਂ ਕੀ ਕਿਹੜਾ ਲੌਜਿਕ ਹੀ ਨਹੀਂ ਸਮਝ ਆਉਂਦਾ ਨਾ ਵੀ ਫਰਾਈਡੇ ਅਤੇ ਸੈਚਰਡੇ ਤੁਸੀਂ ਸੈਰ ਨਹੀਂ ਕਰ ਸਕਦੇ ਲੇਕ 'ਤੇ। ਵੀ ਕੀ ਕਰਦੇ ਤੁਸੀਂ ਕੀ ਕਰਨਾ ਫਰਾਈਡੇ ਸੈਚਰਡੇ ਨੂੰ? ਓਪਨ ਸਪੇਸਿਸ ਦੇ ਵਿੱਚ ਤੁਸੀਂ ਉੱਥੇ ਇਕੱਠੇ ਨਾ ਹੋਣ ਦਿਓ। ਤੁਸੀਂ 144 ਲਾ ਲਓ ਤੇ ਉਹਨੂੰ ਇੰਪਲੀਮੈਂਟ ਕਰ ਲਓ। ਤੁਸੀਂ 144 ਲਾ ਲਓ ਤੇ ਇੰਪਲੀਮੈਂਟ ਕਰ ਲਓ, ਪੱਕਾ ਉਹਨੂੰ ਇੰਪਲੀਮੈਂਟ ਕਰ ਲਓ। ਜੇ ਕੋਈ ਉਹਨੂੰ ਡਿਸਬੇ ਕਰਦਾ ਤਾਂ ਤੁਸੀਂ ਚਲਾਨ ਕਰ ਦਿਓ। ਪਰ ਅਨਨੈਸੈਸਰੀ ਲੋਕਾਂ ਦੀ ਮੂਵਮੈਂਟ ਕਿਉਂ ਤੁਸੀਂ ਰਿਸਟ੍ਰਿਕਟ ਕਰ ਦਿਓ? ਮਾਸਕ 'ਤੇ ਜ਼ੋਰ ਦਿਓ, ਜਿਹੜੀਆਂ ਕਹਿੰਦਾ ਕਰਨ ਵਾਲੀਆਂ ਕਰੋ ਦੂਜਾ ਕਰੋ, ਉਹਦੇ 'ਤੇ ਤੁਸੀਂ ਐਨਫੋਰਸਮੈਂਟ ਆਪਣੀ ਕਰੋ। ਸਰ ਐਸਜੀਪੀਸੀ ਤੇ ਕੱਲ੍ਹ ਨੇ ਮਿਲ ਕੇ ਇੱਕ ਉਪਰਾਲਾ ਸ਼ੁਰੂ ਕੀਤਾ ਹੈਗਾ, ਉਹਦੇ ਬਾਰੇ ਕੁਝ ਤੁਹਾਨੂੰ ਦੱਸੋ। ਦੇਖੋ ਗੱਲ ਇਹ ਹੈ ਕਿ ਅਸੀਂ ਮਹਿਸੂਸ ਕੀਤਾ ਸੀ ਕਿ ਇਕੱਲਾ ਅਸੀਂ ਬਾਹਰ ਬੈਠ ਕੇ ਕ੍ਰਿਟੀਸਾਈਜ਼ ਕਰੀ ਜਾਈਏ, ਕਿਉਂਕਿ ਆਫਟਰ ਮਹਾਮਾਰੀ ਆ, ਗੌਰਮੈਂਟਾਂ ਦੇ ਉੱਤੇ ਵੀ ਬਰਡਨ ਹੈ, ਚਾਹੇ ਗੌਰਮੈਂਟ ਆਫ ਇੰਡੀਆ ਚਾਹੇ ਕੋਈ ਸਟੇਟ ਗੌਰਮੈਂਟ ਆ। ਐਕਸਟਰਾ ਆਰਡੀਨਰੀ ਹਾਲਾਤ ਹੈ ਨਹੀਂ ਜਿੱਥੇ ਸਾਨੂੰ ਕਹਿਣ ਦੀ ਲੋੜ ਪੈਂਦੀ ਕਹੋ ਵੀ, ਲੇਕਿਨ ਜਿੱਥੇ ਹੱਥ ਵਟਾਉਣ ਦੀ ਜ਼ਰੂਰਤ ਪੈਂਦੀ ਹੈ ਉੱਥੇ ਹੱਥ ਵੀ ਵਟਾਓ। ਇਸ ਕਰਕੇ ਪਹਿਲਾਂ ਵੀ ਜਦੋਂ ਲੋਕਡਾਊਨ ਸੀ ਤਾਂ ਐਸਜੀਪੀਸੀ ਨੇ ਬਹੁਤ ਵੱਡੀ ਲੰਗਰ ਦੀ ਸੇਵਾ, ਜਿੱਥੇ ਜਿੱਥੇ ਕਿਉਂਕਿ ਅਚਾਨਕ ਲੋਕਡਾਊਨ ਹੋ ਗਿਆ ਸੀ ਅਤੇ ਘਰਾਂ ਦੀ ਰੋਟੀ ਰੋਜੀ ਬੰਦ ਹੋ ਗਈ ਸੀ, ਗਰੀਬ ਲੋਕਾਂ ਦਾ, ਗਰੀਬ ਬਸਤੀਆਂ ਦਾ, ਮਾਈਗ੍ਰੇਟ ਪਾਪੂਲੇਸ਼ਨ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ। ਉਸ ਵੇਲੇ ਵੀ ਬੜੀ ਵੱਡੀ ਲੰਗਰ ਸੇਵਾ ਜਿਹੜੀ ਹੈ ਉਹ ਰਲ ਕੇ ਅਸੀਂ ਕੀਤੀ ਸੀ। ਹੁਣ ਇਹ ਕਿ ਉਹਦੇ ਨਾਲ ਹੀ ਅਸੀਂ ਮਹਿਸੂਸ ਕਰਦੇ ਸੀ ਕਿ ਹੁਣ ਵੱਡੀ ਦਿੱਕਤ ਆ ਰਹੀ ਹੈ ਆਈਸੋਲੇਸ਼ਨ ਦੀ, ਕਿ ਪਿੰਡਾਂ ਦੇ ਵਿੱਚ ਵੀ ਕੇਸ ਵੱਧ ਗਏ, ਸ਼ਹਿਰਾਂ ਦੇ ਵਿੱਚ ਵੀ ਕੇਸ ਵੱਧ ਗਏ, ਹਸਪਤਾਲਾਂ ਦੇ ਵਿੱਚ ਬੈੱਡ ਨਹੀਂ ਹੈ ਔਰ ਹਰ ਇੱਕ ਦੀ ਜੇਬ ਦੇ ਵਿੱਚ ਪੈਸਾ ਨਹੀਂ ਹੈ ਕਿ ਉਹ ਜਾ ਕੇ ਹਸਪਤਾਲ ਦਾਖਲ ਹੋ ਜਾਏ। ਲੋਕੀ ਘਰਾਂ ਦੇ ਵਿੱਚ ਪਏ ਜਿਹੜੀਆਂ ਡੈਥ ਹੋ ਰਹੀਆਂ। ਇਸ ਕਰਕੇ ਬੜਾ ਅੱਛਾ ਇਨੀਸ਼ੀਏਟਿਵ ਹੁਣ ਐਸਜੀਪੀਸੀ ਨੇ ਲੈ ਕੇ ਜਿਹੜੇ ਵੱਡੀਆਂ ਇਨਫਰਾਸਟਰਕਚਰ ਹੈ ਗੁਰੂ ਘਰਾਂ ਦਾ, ਵੱਡੇ ਹਾਲ ਨੇ, ਬੜੇ ਵੈਲ ਵੈਂਟੀਲੇਟਰ ਨੇ, ਉੱਥੇ ਬੈੱਡ ਲਗਾ ਕੇ, ਕੰਸਨਟ੍ਰੇਟਰ ਲਗਾ ਕੇ, ਕਿ ਜਿਹੜੇ ਮਾਈਲਡ ਕੇਸਿਸ ਨੇ ਕਿ ਜਿਨ੍ਹਾਂ ਦਾ ਆਕਸੀਜਨ ਲੈਵਲ 85 86 ਤੱਕ ਹੈ, ਜਿਨ੍ਹਾਂ ਨੂੰ ਜ਼ਿਆਦਾ L2 ਦੀ ਜਾਂ L3 ਲੈਵਲ 'ਤੇ ਜ਼ਰੂਰਤ ਨਹੀਂ ਹੈ, ਉੱਥੋਂ ਤੱਕ ਕੇਸਿਸ ਨੂੰ ਆਪ ਟ੍ਰੀਟ ਕੀਤਾ ਜਾਏ। ਮੈਂ ਸਮਝਦਾ ਬੜਾ ਅੱਛਾ ਉਪਰਾਲਾ। ਉਹ ਥਾਂ ਥਾਂ 'ਤੇ ਅਸੀਂ ਕੋਸ਼ਿਸ਼ ਕੀਤੀ ਹੈ। ਪਹਿਲਾਂ ਤਲਵੰਡੀ ਸਾਬੋ ਵੀ ਖੋਲ੍ਹਿਆ ਸੀ ਆਪਣਾ ਜਿਹੜਾ ਗੁਰੂ ਰਾਮਦਾਸ ਇੰਸਟੀਚਿਊਟ ਹੈ, ਉਹਦੀ ਬੈੱਡ ਕੈਪੈਸਿਟੀ ਕਾਫੀ ਉਹਨਾਂ ਨੇ ਵਧਾਈ ਹੈ। ਇੱਕ ਜਗ੍ਹਾ ਹੋਰ ਮਾਝੇ ਦੇ ਵਿੱਚ ਖੋਲ੍ਹਿਆ, ਅੱਜ ਸੰਗਰੂਰ ਦੇ ਵਿੱਚ ਹੈ, ਕੱਲ੍ਹ ਫਿਰੋਜ਼ਪੁਰ ਦੇ ਕੋਲ ਗੁਰਦੁਆਰਾ ਜਿਹੜਾ ਵਜੀਦਪੁਰ ਹੈ ਉੱਥੇ ਖੋਲ੍ਹਿਆ, ਰੋਪੜ ਪਰਸੋਂ ਅਸੀਂ ਗੁਰਦੁਆਰਾ ਭੱਠਾ ਸਾਹਿਬ ਦੇ ਵਿੱਚ ਸ਼ੁਰੂ ਕਰ ਰਹੇ ਹਾਂ। ਸੋ ਇਹ ਮੈਂ ਸਮਝਦਾ ਕਿ ਇੱਕ ਤਾਂ ਇਹ ਹੈ ਕਿ ਇਹਦੇ ਨਾਲ ਐਡੀਸ਼ਨਲ ਬੈੱਡ ਕੈਪੈਸਿਟੀ ਸਟੇਟ ਦੇ ਵਿੱਚ ਇਨਕਰੀਜ਼ ਹੋਈ ਹੈ। ਦੂਜੀ ਗੱਲ ਹੈ ਕਿ ਫ੍ਰੀ ਸਰਵਿਸ ਹੈ। ਜਿਹਨੂੰ ਲੱਗਦਾ ਹੈ ਕਿ ਘਰ ਦੇ ਵਿੱਚ, ਕਿਉਂਕਿ ਜੇ ਕੋਈ ਪੋਜ਼ੀਟਿਵ ਆ ਜਾਂਦਾ ਫੈਮਿਲੀ ਦੇ ਵਿੱਚ ਇੱਕ ਬੰਦਾ, ਅਤੇ ਬਹੁਤ ਘਰਾਂ 'ਚ ਹਾਲੇ ਦਿੱਕਤ ਹੈ ਕਿ ਵੱਖਰਾ ਬਾਥਰੂਮ ਨਹੀਂ ਹੈ, ਅਤੇ ਜੇ ਉਹ ਸਾਰੀ ਪਰਿਵਾਰ ਉਹੀ ਬਾਥਰੂਮ ਯੂਜ਼ ਕਰਨਗੇ ਤਾਂ ਸਾਰੀ ਫੈਮਿਲੀ ਇਫੈਕਟ ਹੋਏਗੀ। ਉਹਦੇ ਵਾਸਤੇ ਬੈਟਰ ਹੈ ਕਿ ਉੱਥੇ ਆ ਜਾਵੇ। ਉਹਨੇ ਲੈਣੀ ਦਵਾਈ ਆ, ਉਹ ਠੀਕ ਹੈ, ਕੋਈ ਜ਼ਿਆਦਾ ਉਹਨੂੰ ਪ੍ਰੋਬਲਮ ਨਹੀਂ ਹੈ, ਪਰ ਉਹਨੂੰ ਵੱਖਰੀ ਫੈਸਿਲਿਟੀ ਬੈੱਡ ਦੀ ਅਤੇ ਬਾਥਰੂਮ ਦੀ ਚਾਹੀਦੀ ਹੈ, ਖੁਰਾਕ ਚਾਹੀਦੀ ਹੈ, ਉਹਨੂੰ ਉੱਥੇ ਆਸਾਨੀ ਦੇ ਨਾਲ ਮਿਲੇਗੀ। ਉੱਥੇ ਮੈਡੀਕਲ ਸੁਪਰਵਿਜ਼ਨ ਦੇ ਅੰਡਰ ਹੈ। ਜੇ ਉਹਨੂੰ ਕੋਈ ਗੱਲ ਅੱਗੇ ਵਧੇਗੀ ਹਸਪੀਟਲ ਭੇਜਿਆ ਜਾ ਸਕਦਾ। ਇੱਕ ਤਾਂ ਬਾਕੀ ਫੈਮਿਲੀ ਜਿਹੜੀ ਘਰ ਬੈਠੀ ਹੈ ਉਹ ਬਚੇਗੀ, ਇੱਕ ਫੈਮਿਲੀ ਦੇ ਉੱਤੇ ਕੋਈ ਫਾਈਨੈਂਸ਼ੀਅਲ ਬਰਡਨ ਨਹੀਂ ਪਏਗਾ। ਤੀਜਾ ਉਹ ਜਿਹੜਾ ਸੇਫ ਹੱਥਾਂ ਦੇ ਵਿੱਚ ਹੈ ਕਿ ਉੱਥੇ ਡਾਕਟਰ ਵੀ ਮੌਜੂਦ ਹੈ, ਨਰਸਸ ਵੀ ਮੌਜੂਦ ਹੈ। ਜੇ ਉਹਦੀ ਕੰਡੀਸ਼ਨ ਕਿਤੇ ਡਿਟੀਰੀਓਰੇਟ ਹੁੰਦੀ ਹੈ
ਤੇ ਉਹਨੂੰ ਹੋਰ ਬੈਟਰ ਕੰਸਲਟੇਸ਼ਨ ਜਿਹੜੀ ਆ ਉਹ ਮਿਲ ਸਕਦੀ। ਸੋ ਤੁਸੀਂ ਕਹਿ ਰਹੇ ਹੋ ਜੇ ਪਿੰਡਾਂ ਵਿੱਚ ਵੱਧ ਰਿਹਾ ਲੱਗਦਾ ਹੈ, ਇਹੋ ਜਿਹੇ ਆંકੜੇ ਸਾਹਮਣੇ ਆ ਰਹੇ, ਪਿੰਡ ਵਾਲੇ ਇੱਕ ਡਰ ਵੀ ਪੈ ਗਿਆ, ਉਹ ਬਾਹਰ ਆ ਕੇ ਦੱਸਦੇ ਵੀ ਨਹੀਂ, ਉਹ ਕਹਿੰਦੇ ਚਲੋ ਜੀ ਕਰੋਸਿਨ ਖਾ ਕੇ ਠੀਕ ਕਰ ਲਾਂਗੇ। ਇਹਦੇ ਬਾਰੇ ਵੀ ਕੁਝ ਸੋਚਿਆ ਜਾ ਰਿਹਾ ਹੈਗਾ? ਬਿਕੋਜ਼ ਗੁਰਦੁਆਰੇ ਤਾਂ ਸਾਡੇ ਹਰ ਪਿੰਡ ਵਿੱਚ ਹੈਗੇ ਨੇ। ਨਹੀਂ, ਹੁਣ ਅਸੀਂ ਇਹੀ ਮੋਟੀਵੇਟ ਕਰਾਂਗੇ ਵੀ ਲਕਾਓ ਨਾ। ਅਸੀਂ ਅਕਸਰ ਦੇਖਦੇ ਹਾਂ, ਮੈਂ ਤਾਂ ਡਾਕਟਰ ਹੋਣ ਦੇ ਨਾਤੇ ਜਦੋਂ ਕਿਸੇ ਨਾਲ ਅਫਸੋਸ ਵੀ ਕਰਦਾ ਫੋਨ ਤੇ ਜਿਹੜੀ ਸਾਡਾ ਇੱਕ ਕਲਚਰ ਹੈ ਕਿ ਅਸੀਂ ਪੁੱਛਦੇ ਹਾਂ ਵੀ ਕੀ ਹੋਇਆ, ਕਿਸ ਤਰ੍ਹਾਂ ਹੋਇਆ, ਤੇ ਉਹ ਹਿਸਟਰੀ ਜਿਹੜੀ ਹੁੰਦੀ ਹੈ ਤੁਹਾਨੂੰ ਉੱਤੇ ਅੰਦਾਜ਼ਾ ਲੱਗ ਜਾਂਦਾ ਕਿ ਕੋਵਿਡ ਹੀ ਸੀ। ਮੈਂ ਤਾਂ ਬਹੁਤ ਕਿਸੇ 'ਚ ਲੱਗਦਾ ਵੀ ਕੋਵਿਡ ਹੀ ਸੀਗਾ, ਜਿਸ ਤਰੀਕੇ ਐਕਸਪਲੇਨ ਕਰ ਰਹੇ ਵੀ ਅਚਾਨਕ ਸਾਹ ਘੁੱਟਿਆ, ਕੀ ਹੋਇਆ। ਇਸ ਕਰਕੇ ਉੱਥੇ ਹੁਣ ਅਸੀਂ ਲੋਕਾਂ ਨੂੰ ਕਹਾਂਗੇ ਕਿ ਜਿਹਦੇ ਸਿੰਪਟਮ ਹੈਗੇ ਆ, ਕੋਈ ਬੁਖਾਰ ਹੈਗਾ, ਖਾਂਸੀ ਹੈਗੀ ਹੈ, ਜਿਹੜੇ ਦੇ ਬੇਸਿਕ ਫੀਚਰ ਹੈ, ਵੀ ਘਰ ਨਾ ਬੈਠੋ, ਇੱਕ ਵਾਰੀ ਆ ਜਾਓ। ਜਦੋਂ ਇੱਥੇ ਖਰਚਾ ਕੋਈ ਨਹੀਂ ਆਉਣਾ, ਤੁਹਾਡਾ ਇੱਥੇ ਆ ਕੇ ਪ੍ਰੋਪਰ ਟੈਸਟਿੰਗ ਹੋ ਜਾਏਗੀ, ਜੇ ਠੀਕ ਹੋਏ ਵਾਪਸ ਘਰ ਚਲੇ ਜਾਓ। ਕਿਉਂਕਿ ਜਿਨ੍ਹਾਂ ਨੂੰ ਇਸ ਗੱਲ ਕਰਕੇ ਝਿਜਕ ਹੈ, ਕਿਉਂਕਿ ਅੱਜ ਕੱਲ੍ਹ ਮੈਡੀਕਲ ਦਾ ਖਰਚਾ ਇੰਨਾ ਜ਼ਿਆਦਾ ਹੋ ਗਿਆ, ਔਰ ਉਲਟਾ ਪ੍ਰਾਈਵੇਟ ਹਸਪੀਟਲ ਦਾ ਹੱਥ ਹੀ ਨਹੀਂ ਲਾਉਂਦੇ ਰਹੇ। ਪਹਿਲਾਂ ਲੱਖਾਂ ਰੁਪਏ ਜਿਹੜੀ ਦੇ ਤੁਹਾਡੀ ਜੇਬ 'ਚ ਨਾ ਹੋਣ, ਤੁਸੀਂ ਪ੍ਰਾਈਵੇਟ ਹਸਪੀਟਲ ਬੈੱਡ ਹੀ ਨਹੀਂ ਮਿਲਦਾ, ਅਤੇ ਆਮ ਪਿੰਡਾਂ ਦੇ ਲੋਕ ਇਹ ਅਫੋਰਡ ਨਹੀਂ ਕਰਦੇ। ਇਸ ਕਰਕੇ ਮੈਂ ਸਮਝਦਾ ਕਿ ਬੜੀ ਅੱਛੀ ਔਰ ਵਧੀਆ ਇਹ ਸੇਵਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੁਰੂ ਕੀਤੀ ਹੈ। ਸਾਡੇ ਪ੍ਰਧਾਨ ਸਾਹਿਬ ਆਪ ਥਾਂ ਥਾਂ 'ਤੇ ਜਾ ਕੇ ਮੋਟੀਵੇਟ ਕਰ ਰਹੇ ਆ। ਇਸੇ ਤਰ੍ਹਾਂ ਹੀ ਅਸੀਂ ਘਰ ਘਰ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ। ਉਹਦੇ 'ਚ ਸਿਰਫ ਇਹ ਹੈ ਕਿ ਸਾਰੇ ਥਾਵਾਂ 'ਤੇ ਲੰਗਰ ਨਹੀਂ ਲਗਾਉਂਦੇ। ਸ਼ਾਮ ਨੂੰ ਲਿਸਟ ਆ ਜਾਂਦੀ ਹੈ ਕਿ ਜਿਹੜੇ ਪੋਜ਼ੀਟਿਵ ਕੇਸਿਸ ਆ, ਉਹਨਾਂ ਨੂੰ ਟੈਲੀਫੋਨ ਕਰਕੇ ਅਸੀਂ ਪੁੱਛ ਰਹੇ ਨੇ ਵੀ ਘਰ ਦੇ ਵਿੱਚ ਠੀਕ ਠਾਕ ਹੈ, ਜੇ ਰੋਟੀ ਬਣਾਉਣ ਦੀ ਦਿੱਕਤ ਹੈ ਤਾਂ ਕੋਈ ਪ੍ਰੋਬਲਮ ਨਹੀਂ, ਬਸ ਅਸੀਂ ਪੱਕਾ ਪਕਾਇਆ ਖਾਣਾ ਪੂਰੇ ਟਾਈਮ 'ਤੇ ਤੁਹਾਡੇ ਕੋਲ ਤਿੰਨੇ ਟਾਈਮ ਆ ਜਾਏਗਾ। ਅਤੇ ਜਿੰਨੇ ਦਿਨ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਖਾਣਾ ਉਨੇ ਦਿਨ ਚੱਲਦਾ। ਇਹ ਤਕਰੀਬਨ 40 ਕੁ ਸਿਟੀ ਦੇ ਵਿੱਚ ਇਹ ਸਰਵਿਸ ਜਿਹੜੀ ਹੈ ਸਾਡੀ ਹਲਕਿਆਂ ਦੇ ਵਿੱਚ ਸ਼ੁਰੂ ਹੋ ਗਈ। ਇਹ ਵੀ ਮੈਂ ਸਮਝਦਾ ਬੜੀ ਅੱਛੀ, ਕਿਉਂਕਿ ਇਹ ਬਿਮਾਰੀ 'ਚ ਕੁਛ ਆਮ ਬਿਮਾਰੀ ਨਾਲੋਂ ਵੱਖਰਾ। ਆਮ ਬਿਮਾਰੀ 'ਚ ਤਾਂ ਜਦੋਂ ਕੋਈ ਹੁੰਦਾ, ਸਾਡਾ ਕਲਚਰ ਬੜਾ ਚੰਗਾ, ਸਾਰੇ ਆ ਜਾਂਦੇ ਆ ਮਦਦ ਵਾਸਤੇ, ਹਾਲ ਪੁੱਛਣ ਵਾਸਤੇ। ਹੁਣ ਇਹਦੇ 'ਚ ਜਿਹਦੇ ਪਤਾ ਲੱਗਦਾ ਕਿ ਇਹਨਾਂ ਦੇ ਘਰ ਕੋਵਿਡ ਆ ਗਿਆ, ਅਤੇ ਉਹ ਆਂਢ ਗੁਆਂਢ ਦੇ ਵੀ ਦਰਵਾਜ਼ੇ ਬੰਦ ਹੋ ਜਾਂਦੇ ਆ, ਰਿਸ਼ਤੇਦਾਰ ਵੀ ਡਰਦਾ, ਕੋਈ ਪਤਾ ਲੈਣ ਨਹੀਂ ਹੁੰਦਾ। ਔਰ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਤਾਂ ਹਾਲੇ ਇਹ ਹੈ ਕਿ ਐਕਸਟੈਂਡਡ ਫੈਮਿਲੀ ਹੁੰਦੀ ਹੈ, ਚਾਚੇ ਤਾਏ ਭੈਣ ਭਰਾ, ਉਹ ਫਿਰ ਵੀ ਇੱਕ ਦੂਜੇ ਦਾ ਹਾਲ ਚਾਲ ਭਾਵੇਂ ਕੰਧਾਂ ਦੇ ਉੱਤੋਂ ਦੀ ਪੁੱਛਦੇ ਰਹਿੰਦੇ, ਕੋਈ ਦਲੇਰੀ ਵੀ ਹੁੰਦੀ ਹੈ। ਸ਼ਹਿਰਾਂ ਦੇ ਵਿੱਚ ਤਾਂ ਇਕੱਲੀ ਇਕੱਲੀ ਫੈਮਿਲੀ ਫਸੀ ਹੋਈ ਆ, ਉਹਨਾਂ ਦਾ ਬਹੁਤਾ ਸਹਿਚਾਰ ਵੀ ਕਈ ਥਾਵਾਂ ਦੇ ਉੱਤੇ ਆਪੋ ਦੇ ਵਿੱਚ ਨਹੀਂ ਹੁੰਦਾ। ਇਸ ਕਰਕੇ ਸ਼ਹਿਰਾਂ ਦੇ ਵਿੱਚ ਬੜੀ ਵੱਡੀ ਦਿੱਕਤ ਸੀ, ਅਤੇ ਉੱਥੇ ਇਹ ਜਿਹੜੀ ਘਰ ਘਰ ਲੰਗਰ ਸੇਵਾ ਅਸੀਂ ਤਾਂ ਸ਼ੁਰੂ ਕੀਤੀ ਹੈ, ਔਰ ਮੈਂ ਸਮਝਦਾ ਹਾਂ ਕਾਫੀ ਹੱਦ ਤੱਕ ਫਾਇਦੇਮੰਦ ਹੋ ਰਹੀ। ਸਰ, ਬਤੌਰ ਡਾਕਟਰ ਦਾ ਤਾਂ ਪੁੱਛਦੀ ਹਾਂ, ਡਾਕਟਰਾਂ 'ਤੇ ਇੱਕ ਤਾਂ ਇਲਜ਼ਾਮ ਵੀ ਪੈ ਰਿਹਾ ਹੈ ਕਿ ਵੀ ਇਹ ਗਲਤ ਕੰਮ ਕਰ ਰਹੇ ਆ, ਬਹੁਤ ਪੈਸੇ ਲੈ ਰਹੇ, ਦੂਜੇ ਪਾਸੇ ਉਹਨਾਂ 'ਤੇ ਬੋਝ ਵੀ ਬੜਾ ਹੈ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਦੇਖੋ, ਇਕੱਲੇ ਡਾਕਟਰ ਨਹੀਂ, ਸਾਰੇ ਡਾਕਟਰਸ, ਉਹਨਾਂ ਦੇ ਨਾਲ ਸਟਾਫ, ਨਰਸਸ, ਟੈਕਨੀਸ਼ੀਅਨਸ ਬਹੁਤ ਹੀ ਮੁਸ਼ਕਿਲ ਹਾਲਾਤਾਂ ਦੇ ਵਿੱਚੋਂ, ਕਿਉਂਕਿ ਮੈਂ IMA ਦੇ ਮੈਨੂੰ ਕੋਈ ਦੱਸ ਰਿਹਾ ਸੀ ਕਿ 900 ਦੇ ਕਰੀਬ ਡਾਕਟਰ ਸਾਰੇ ਦੇਸ਼ ਦੇ ਵਿੱਚ ਇਸ ਜਿਹੜੀ ਕੋਵਿਡ ਮਹਾਮਾਰੀ ਦੇ ਵਿੱਚ ਜਿਹੜੇ ਚਲੇ ਗਏ। ਡਾਕਟਰ KK ਅਗਰਵਾਲ ਥੋੜ੍ਹੇ ਦਿਨ ਪਹਿਲਾਂ IMA ਦੇ ਸਾਡੇ ਮੁਖੀ ਸੀਗੇ, ਔਰ ਦੇਖੋ ਕਿੰਨੀ ਉਹ ਬੜੀ ਇਹੋ ਜਿਹੀ ਸਪਿਰਿਟ ਸੀ ਕਿ ਲਗਾਤਾਰ ਉਹ ਲੱਗੇ ਹੋਏ ਸੀ ਕਿ ਐਜੂਕੇਟ ਨਿੱਕੀ ਨਿੱਕੀ ਗੱਲ ਲੋਕਾਂ ਨੂੰ ਕੀਤਾ ਜਾਵੇ। ਉਹ ਜਿਹੇ ਬੰਦੇ ਵੀ ਸਾਡੇ ਵਿੱਚ ਨਹੀਂ ਰਹੇ, ਸੋ ਨੁਕਸਾਨ ਬਹੁਤ ਵੱਡਾ ਹੋ ਰਿਹਾ, ਔਰ ਬੜੇ ਡਿਫੀਕਲਟ ਹਾਲਾਤ ਦੇ ਵਿੱਚ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ। ਇੱਕ ਹੈ ਸਾਈਕੋਲੋਜੀਕਲ ਟੈਨਸ਼ਨ, ਯੰਗ ਡਾਕਟਰਸ ਨੇ, ਉਹਨਾਂ ਦੇ ਬੱਚੇ ਛੋਟੇ ਨੇ, ਪਿੱਛੇ ਪੇਰੈਂਟਸ ਨੇ ਓਲਡ, ਉਹ ਉੱਥੇ ਵੀ ਕੰਮ ਕਰਦੀਆਂ, ਘਰ ਜਾਣ ਨੂੰ ਵੀ ਡਰਦੀਆਂ। ਨਹੀਂ, ਡੈਥ ਰੇਟ ਵੀ ਇੰਨਾ ਹਾਈ ਕਿ ਕਿਸੇ ਡਾਕਟਰ ਲਈ ਵੀ ਇੰਨੀਆਂ ਮਤਲਬ ਬੋਡੀਜ਼ ਨਾਲ ਡੀਲ ਕਰਨਾ, ਉਹ ਨਹੀਂ 3-4 ਤਰੀਕੇ ਨਾਲ ਇਫੈਕਟ ਕਰ ਰਿਹਾ। ਇੱਕ ਤਾਂ ਇਹ ਹੈ ਕਿ ਤੁਸੀਂ ਅੱਗੇ ਤਾਂ ਹੁੰਦਾ ਕਿ ਕੰਮ ਕਰਕੇ ਤੁਸੀਂ ਭੱਜ ਕੇ ਘਰ ਜਾਂਦੇ ਹੋ, ਹੁਣ ਉੱਥੇ ਤੁਸੀਂ ਕੰਮ ਕਰਦੇ ਹੋ ਅੰਡਰ ਸਟ੍ਰੈਸ, ਅਤੇ ਘਰ ਤੁਸੀਂ ਡਰਦੇ ਨਹੀਂ ਜਾਂਦੇ ਵੀ ਕਿਤੇ ਮੇਰੇ ਬੱਚਿਆਂ ਨੂੰ ਜਾਂ ਮੇਰੇ ਪੇਰੈਂਟਸ ਨੂੰ ਨਾ ਹੋ ਜਾਵੇ। ਇੱਕ ਤਾਂ ਉਹ ਬੜੀ ਵੱਡੀ ਹੈ। ਦੂਜੀ ਗੱਲ ਹੈ ਕਿ ਫਿਜ਼ੀਕਲੀ ਤੁਹਾਨੂੰ ਕਿੱਟ ਪਾ ਕੇ ਕੰਮ ਕਰਨਾ। ਸਾਰੇ ਹਸਪਤਾਲਾਂ ਦੇ ਵਿੱਚ AC ਦੀ ਸਹੂਲਤ ਨਹੀਂ ਹੈ। ਅੱਜ ਦੇ ਜਿਹੜੇ ਸਾਡੇ ਟੈਂਪਰੇਚਰ ਨੇ ਮਈ ਜੂਨ ਦੇ, ਇਹਦੇ ਵਿੱਚ ਤੁਸੀਂ ਦੇਖੋ ਕਿ ਉਹਨਾਂ ਦੀਆਂ ਚਮੜੀਆਂ ਦਾ ਕੀ ਹਾਲ ਹੋ ਜਾਂਦਾ ਕਿ ਕਿੰਨਾ ਪਸੀਨਾ, ਕਿੰਨੀਆਂ ਮੁਸ਼ਕਿਲਾਂ। ਈਵਨ ਵਿਚਾਰੇ ਕਈ ਥਾਂ 'ਤੇ ਡਾਕਟਰ ਸੈਂਪਲ ਲੈਣ ਲੱਗਿਆਂ ਬੇਹੋਸ਼ ਹੋ ਗਈਆਂ ਲੜਕੀਆਂ, ਸਿਰਫ ਇਸੇ ਕਰਕੇ ਕਿ ਇੰਨਾ ਟੈਂਪਰੇਚਰ ਝੱਲਣਾ ਬਹੁਤ ਮੁਸ਼ਕਿਲ ਹੈ, ਔਰ ਮਜਬੂਰੀ ਹੈ ਕਿ ਉਤਾਰ ਵੀ ਨਹੀਂ ਸਕਦੀਆਂ। ਵਾਸ਼ਰੂਮ ਜਾਣ ਦੀ ਵੀ ਐਡੀ ਵੱਡੀ ਦਿੱਕਤ ਹੋ ਜਾਂਦੀ ਹੈ ਕਿ ਜੇ ਤੁਹਾਨੂੰ ਇੱਕ ਵਾਰੀ ਕਿੱਟ ਤੁਸੀਂ ਲਾ ਲਈ, ਫਿਰ ਤੁਹਾਨੂੰ ਕਿੱਟ ਉਹਨੇ ਟਾਈਮ ਫਿਰ ਲੱਗਦਾ ਪਾਉਣ ਦੇ ਉੱਤੇ। ਬਹੁਤ ਵੱਡੀਆਂ ਦਿੱਕਤਾਂ, ਖਾਸ ਕਰਕੇ ਜਿਹੜੇ ਸਰਜਨਸ ਹੈ, ਐਮਰਜੈਂਸੀ ਸਰਜਰੀ ਹੈ, ਡਿਲੀਵਰੀ ਹੈ, ਸਰਜਰੀਨ ਹੈ, ਕੁਛ ਚੀਜ਼ਾਂ ਦਾ ਹੈ ਤੁਸੀਂ ਪਲਾਨ ਸਰਜਰੀ ਹੈ ਪੋਸਟਪੋਨ ਕਰ ਲਓਗੇ, ਅਤੇ ਕੁਛ ਐਕਸੀਡੈਂਟਲ ਕੇਸਿਸ ਆ ਰਹੇ ਆ। ਹੁਣ ਆਰਥੋਪੈਡਿਸ਼ਨ ਕੀ ਕਰੇ? ਬੰਦੇ ਦਾ ਹੈਡ ਇੰਜਰੀ ਹੋਈ ਹੈ, ਸੜਕ 'ਤੇ ਹੋਈ ਹੈ, ਅਤੇ ਉਹਨੂੰ ਹਸਪੀਟਲ ਲੈਂਦਾ, ਹੁਣ ਕੋਵਿਡ ਪੋਜ਼ੀਟਿਵ ਹੈ ਕਿ ਨੈਗੇਟਿਵ ਹੈ ਮੈਟਰ ਨਹੀਂ ਕਰਦਾ। ਸਰਜਨ ਨੂੰ ਤਾਂ ਇਮੀਡੀਏਟਲੀ ਗਲਵਜ਼ ਪਾ ਕੇ ਥੀਏਟਰ ਦੇ ਵਿੱਚ ਉਹਦੀ ਜਾਨ ਬਚਾਉਣ ਵਾਸਤੇ ਉੱਥੇ ਛਾਲ ਲਾਉਣੀ ਪੈਂਦੀ ਹੈ,
ਉਹ ਦੇਖੋ ਇਹਨਾਂ ਹਾਲਾਤਾਂ 'ਚ ਕੰਮ ਕਰਨਾ ਕਿੰਨਾ ਮੁਸ਼ਕਿਲ ਹੈ। ਉੱਥੇ ਸਟਾਫ ਨਰਸਿਸ ਵੀ ਕਿੰਨੀਆਂ ਨੇ, ਦੂਜੇ ਕਿੰਨੀਆਂ ਨੇ। ਬਾਅਦ 'ਚ ਸਰਜਰੀ ਹੋ ਜਾਂਦੀ ਹੈ, ਪੇਸ਼ੈਂਟ ਠੀਕ ਹੋ ਜਾਂਦਾ, ਸ਼ਾਮ ਨੂੰ ਰਿਪੋਰਟ ਆ ਜਾਂਦੀ ਹੈ ਵੀ ਕਰੋਨਾ ਪੋਜ਼ੀਟਿਵ ਹੈ ਪੇਸ਼ੈਂਟ। ਤੇ ਉਹ ਜਿਹੜਾ ਸਹਿਮ ਹੈ, ਜਿਹੜਾ ਫਿਰ ਬਾਅਦ 'ਚ ਵੀ ਪਤਾ ਨਹੀਂ ਹੁਣ ਕਿ ਵੀ ਸਾਡੇ 'ਚੋਂ ਕੋਈ ਕਿਸੇ ਨੂੰ ਵਾਇਰਸ ਟੱਚ ਕਰ ਗਿਆ ਕਿ ਨਹੀਂ ਕਰ ਗਿਆ। ਇਸ ਕਰਕੇ ਬੜੇ ਡਿਫਿਕਲਟ ਹਾਲਾਤ ਨੇ ਤੇ ਕੋਈ ਬਹੁਤ ਵੱਡੀ ਕੰਪਨਸੇਸ਼ਨ ਵੀ ਨਹੀਂ ਹੈ। ਤੁਸੀਂ ਦੇਖੋ ਖਰਚੇ ਕਿੰਨੇ ਆ ਇੱਕ ਬੱਚੇ ਨੂੰ ਡਾਕਟਰ ਬਣਾਉਣ ਦੇ, ਤੇ ਬੜੇ ਯੰਗ ਡਾਕਟਰਸ ਜਿਹੜੇ ਆ, ਸਾਰੀ ਪੇਰੈਂਟਸ ਦੀ ਕਮਾਈ ਇੱਕ ਬੱਚੇ ਨੂੰ ਡਾਕਟਰ ਬਣਾਉਣ ਤੇ ਲੱਗ ਜਾਂਦੀ। ਸਰ ਇੰਡੀਵਿਜੂਅਲ ਡਾਕਟਰ ਮੈਂ ਅੰਡਰਸਟੈਂਡ ਕਰਦੀ ਹਾਂ, ਪਰ ਜਿਹੜਾ ਪ੍ਰਾਈਵੇਟ ਸੈਕਟਰ ਹੈ, ਜਿਹੜਾ ਨਿੱਜੀ ਸੈਕਟਰ ਹੈ, ਤੇ ਹੁਣ ਇੱਕ ਬੈੱਡ ਲੈਣ ਲਈ ਵੀ ਪਗੜੀ ਦੇਣੀ ਪੈ ਰਹੀ ਹੈ, ਲਿਟਰਲੀ ਇਹੋ ਜਿਹੀਆਂ ਖਬਰਾਂ ਆ ਰਹੀਆਂ। ਨਹੀਂ, ਇਹਦੇ ਵਿੱਚ ਐਕਸਪਲੋਇਟੇਸ਼ਨ ਵੀ ਹੋਈ ਹੈ। ਦੇਖੋ ਦੋਨੇ ਚੀਜ਼ਾਂ ਹੁੰਦੀਆਂ ਨੇ, ਅਨਐਥੀਕਲ ਪ੍ਰੈਕਟਿਸਿਸ ਵੀ ਨਾਲ ਹੀ ਚੱਲਦੀਆਂ ਨੇ। ਇੱਥੇ ਉਹ ਵੀ ਲੋਕੀ ਹੈਗੇ ਆ ਜਿਹੜੇ ਸਾਰਾ ਕੁਝ ਜ਼ਿੰਦਗੀ ਦਾਅ 'ਤੇ ਲਾ ਕੇ ਸੇਵਾ 'ਤੇ ਲੱਗੇ ਹੋਏ ਆ। ਇੱਥੇ ਉਹ ਵੀ ਲੋਕੀ ਹੈਗੇ ਆ ਜਿਹੜੇ ਅੰਦਰੋਂ ਇੰਜੈਕਸ਼ਨ ਚੁੱਕ ਕੇ ਤੇ ਬਾਹਰ ਪੇਸ਼ੈਂਟ ਦਾ ਵੇਚ ਦਿੰਦੇ ਆ। ਮਤਲਬ ਬੰਦੇ ਤਾਂ ਹਰ ਤਰ੍ਹਾਂ ਦੇ ਹੁੰਦੇ ਹੀ ਆ, ਹਰ ਪ੍ਰੋਫੈਸ਼ਨ 'ਚ ਹੁੰਦੇ। ਪਰ ਇਹਦੇ ਵਿੱਚ ਇਸ ਕਰਕੇ ਸਾਡੇ ਵੀ ਪ੍ਰੋਫੈਸ਼ਨ ਦੇ ਵਿੱਚ ਕੁਝ ਲੋਕਾਂ ਨੇ ਐਕਸਪਲੋਇਟੇਸ਼ਨ ਕੀਤੀ ਹੈ। ਕੁਝ ਗਵਰਨਮੈਂਟਾਂ ਦੀ ਬਹੁਤ ਵੱਡੀ ਗਲਤੀ ਹੈ ਕਿ ਜਿਹੜੇ ਗਵਰਨਮੈਂਟ ਦਾ ਚਾਰਟ ਤੁਸੀਂ ਦੇਖੋਗੇ ਪ੍ਰਾਈਵੇਟ ਵਾਸਤੇ ਜਿਹੜਾ ਉਹਨਾਂ ਨੇ ਫਿਕਸ ਕੀਤਾ, ਉਹ ਇੰਨਾ ਹਾਇਰ ਲੈਵਲ 'ਤੇ ਆ, ਜਦੋਂ ਕਿ ਇੱਥੇ ਮੋਟੀਵੇਟ ਕਰਨਾ ਚਾਹੀਦਾ ਸੀ ਉਹਨਾਂ ਨੂੰ ਕਿ ਨਹੀਂ ਭਾਈ ਇਹ ਕਮਾਈ ਦਾ ਮੌਕਾ ਨਹੀਂ ਹੈ। ਠੀਕ ਹੈ, ਤੁਸੀਂ ਗਵਰਨਮੈਂਟ ਤੋਂ ਲੈਂਡਸ ਵੀ ਲਈਆਂ ਨੇ, ਹੋਰ ਵੀ ਚੀਜ਼ਾਂ ਲਈਆਂ ਨੇ, ਘੱਟੋ ਘੱਟ ਇੱਥੇ ਸੋਸਾਇਟੀ ਨੂੰ ਪੇ ਕਰਨ ਦਾ ਟਾਈਮ ਹੈ। ਸਿਰਫ ਨੋ ਪ੍ਰੋਫਿਟ ਨੋ ਲਾਸ 'ਤੇ ਕੰਮ ਕਰੋ, ਮਾਈਨਰ ਜੇ ਪ੍ਰੋਫਿਟ ਲੈਣੇ ਤਾਂ ਲਓ, ਪਰ ਬਹੁਤ ਵੱਡੇ ਚਾਰਜਸ ਕਿਉਂ ਫਿਕਸ ਕੀਤੇ ਹੈ? ਤਾਂ ਹੁਣ ਸਰਕਾਰ ਨੂੰ ਐਕਸਪਲੇਨ ਕਰਨਾ ਚਾਹੀਦਾ ਲੋਕਾਂ ਨੂੰ ਕਿ ਕਿਉਂ ਤੁਸੀਂ ਆਪਣੇ ਆਪ ਹੀ ਲੱਖਾਂ ਰੁਪਏ ਡੇ ਦਾ ਜਿਹੜਾ ਐਕਸੈਪਟ ਕਰ ਲਿਆ, ਜਦੋਂ ਕਿ ਨਹੀਂ ਕਰਨਾ ਚਾਹੀਦਾ ਮਹਾਂਮਾਰੀ ਦੇ ਵਿੱਚ। ਕਿਉਂਕਿ ਤੁਹਾਨੂੰ ਟਰਸ਼ਰੀ ਲੈਵਲ ਦੀ ਕੇਅਰ ਦੀ ਲੋੜ ਪਏਗੀ। ਬਿਮਾਰੀ ਇਹ ਤਾਂ ਨਹੀਂ ਦੇਖਦੀ ਕਿ ਬੰਦਾ ਅਮੀਰ ਹੈ ਕਿ ਗਰੀਬ ਹੈ ਜੀ। ਜਦੋਂ ਤੁਸੀਂ ਰੇਟ ਫਿਕਸ ਕਰਨਾ ਤੇ ਫਿਰ ਇਹ ਦੇਖੋ ਕਿ ਜੇ ਕਿਤੇ ਗਰੀਬ ਨੂੰ ਵੀ ਪ੍ਰਾਈਵੇਟ 'ਚ ਸਰਕਾਰੀ 'ਚ ਨਾ ਬੈੱਡ ਮਿਲਿਆ, ਦਾਖਲ ਹੋਣਾ ਪਿਆ, ਤੇ ਉਹ ਪੇ ਕਰ ਸਕੇਗਾ। ਸਾਰੇ ਤਾਂ ਅਮੀਰ ਨਹੀਂ, ਸਾਰਿਆਂ ਦੀ ਇੰਸ਼ੋਰੈਂਸ ਨਹੀਂ ਹੈ। ਆਈ ਥਿੰਕ ਸਮਝ ਨਹੀਂ ਪਾ ਰਹੇ ਕਿ ਇਹ ਜੰਗ ਹੈ, ਤੇ ਜੰਗ ਵਿੱਚ ਤੁਸੀਂ ਕਦੀ ਕਿਸੇ ਸੋਲਜਰ ਤੋਂ ਜਾਂ ਕਿਸੇ ਵਿਕਟਮ ਤੋਂ ਤੁਸੀਂ ਪੈਸੇ ਨਹੀਂ ਲੈਂਦੇ। ਮਤਲਬ ਜੇ ਕੋਈ ਜੰਗ ਤੋਂ ਆਏ, ਅਸੀਂ ਕਦੀ ਇੱਦਾਂ ਸੁਣਿਆ ਸੀ ਕਿ ਪ੍ਰਾਈਵੇਟ ਪੈਸੇ ਲਏਗਾ। ਸੋ ਇਹ ਜੰਗ ਜਿਹੜੀ ਕੁਦਰਤ ਨਾਲ ਲੜੀ ਜਾ ਰਹੀ ਹੈ, ਅਜੇ ਸਮਾਜ ਸਮਝ ਨਹੀਂ ਪਾ ਰਿਹਾ। ਬਿਲਕੁਲ, ਮੈਂ ਸਮਝਦਾ ਕਿ ਕੁਦਰਤ ਦੇ ਵੀ ਬੜੇ ਵੱਡੇ ਸੰਦੇਸ਼ ਲੁਕੇ ਹੋਏ ਆ ਇਹਦੇ ਵਿੱਚ। ਹੁਣ ਤਾਂ ਲੁਕੇ ਨਹੀਂ, ਸਪਸ਼ਟ ਹੀ ਹੈ ਕਿ ਜਿਹੜਾ ਸਾਡਾ ਹੰਕਾਰ ਸੀ ਕਿ ਇਨਸਾਨ ਹੀ ਸਭ ਤੋਂ ਵੱਧ ਤਾਕਤਵਰ ਆ, ਉਹ ਦੁਨੀਆ ਨੇ ਸਾਰੀ ਦੁਨੀਆ ਨੂੰ 1 ਮਿੰਟ ਵਾਸਤੇ ਰੋਕ ਕੇ ਸਮਝਾ ਤਾਂ ਦਿੱਤਾ। ਜਿਹੜੇ ਉੱਪਰ ਉੱਡ ਰਹੇ ਸੀ ਉਹਨਾਂ ਨੂੰ ਵੀ ਜ਼ਮੀਨ 'ਤੇ, ਜਿਹੜੇ ਸਮੁੰਦਰ 'ਚ ਤੈਰਦੇ ਸੀ ਉਹਨਾਂ ਨੂੰ ਵੀ ਜ਼ਮੀਨ 'ਤੇ ਰੋਕ ਕੇ ਸਾਰਿਆਂ ਨੂੰ ਦਿਖਾ ਦਿੱਤਾ। ਜੰਗਲੀ ਜਾਨਵਰ ਆ ਕੇ ਇੱਕ ਸਟੇਜ 'ਤੇ ਸਾਡੇ ਸ਼ਹਿਰਾਂ ਦੇ ਵਿੱਚ ਤੁਰਨ ਫਿਰਨ ਲੱਗੇ ਸੀ ਆਜ਼ਾਦੀ ਨਾਲ ਕਿ ਸ਼ਾਇਦ ਕੋਈ ਸ਼ਾਂਤੀ ਹੋਈ ਹੈ ਧਰਤੀ 'ਤੇ। ਇਸ ਕਰਕੇ ਕੁਝ ਕੁਦਰਤ ਦੇ ਵੀ ਸੰਦੇਸ਼ ਹੈ ਨੇ, ਉਹ ਵੀ ਸਾਨੂੰ ਸਮਝਣੇ ਚਾਹੀਦੇ ਆ। ਪਰ ਇਸ ਜਿਹੜੀ ਹੈਗੀ ਮਹਾਂਮਾਰੀ ਦੇ ਵਿੱਚ ਇੱਕ ਹਰ ਇੱਕ ਦੇ ਅੰਦਰੋਂ ਇਨਸਾਨੀਅਤ ਜਾਗਣੀ ਚਾਹੀਦੀ। ਸਰ ਜੇ ਤੁਸੀਂ ਇਸ ਮਹਾਂਮਾਰੀ ਤੋਂ ਕੁਝ ਸਿੱਖ ਕੇ ਕਦੀ ਤੁਹਾਨੂੰ ਨੀਤੀ ਵਿੱਚ ਕੁਝ ਬਦਲਾਵ ਲਿਆਉਣਾ ਪਏਗਾ, ਤੁਸੀਂ ਕੀ ਇੱਕ ਵੱਡਾ ਬਦਲਾਵ ਕੀ ਲਿਆਓਗੇ? ਦੇਖੋ, ਸਭ ਤੋਂ ਵੱਡਾ ਬਦਲਾਅ ਹੈ ਜੇ ਸਰਕਾਰਾਂ ਨੇ ਸਿੱਖਣਾ ਜਾਂ ਪੋਲੀਟੀਕਲ ਪਾਰਟੀਆਂ ਨੇ ਸਿੱਖਣਾ। ਇਸ ਮਹਾਂਮਾਰੀ ਨੇ ਇੱਕ ਚੀਜ਼ ਸਾਬਤ ਕਰ ਦਿੱਤੀ ਹੈ ਕਿ 2 ਚੀਜ਼ਾਂ ਗਵਰਨਮੈਂਟ ਸੈਕਟਰ ਦੇ ਵਿੱਚ ਰਹਿਣੀਆਂ ਚਾਹੀਦੀਆਂ, ਇੱਕ ਹੈਲਥ ਤੇ ਇੱਕ ਐਜੂਕੇਸ਼ਨ। ਕਿਉਂਕਿ ਸਕੂਲਾਂ ਦੇ ਵਿੱਚ ਜੋ ਪੇਰੈਂਟਸ ਦਾ ਔਰ ਬੱਚਿਆਂ ਦਾ ਹੋ ਰਿਹਾ ਉਹ ਵੀ ਤੁਸੀਂ ਦੇਖ ਲਿਆ, ਔਰ ਜੋ ਹੈਲਥ ਦੇ ਵਿੱਚ ਵੀ ਐਕਸਪਲੋਇਟੇਸ਼ਨ ਜਿਹਦੀ ਆਪਾਂ ਹੁਣੇ ਗੱਲ ਕੀਤੀ ਹੈ ਉਹ ਵੀ ਦੇਖ ਲਿਆ। ਇਸ ਕਰਕੇ ਜੇ ਹਾਲੇ ਵੀ ਸਬਕ ਅਸੀਂ ਨਾ ਲਿਆ, ਹਾਲੇ ਵੀ ਅਸੀਂ ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ ਜ਼ੋਰ ਫੜਦੇ ਗਏ, ਬਾਕੀ ਕੰਮ ਕਰਦੇ ਰਹੇ, ਸਾਨੂੰ ਆਪਣਾ ਗਵਰਨਮੈਂਟ ਦਾ ਹੈਲਥ ਦਾ ਸਿਸਟਮ ਇਸ ਲੈਵਲ ਦਾ ਬਣਾਉਣਾ ਚਾਹੀਦਾ ਕਿ ਗਰੀਬ ਬੰਦਾ ਜਿਹੜਾ ਹੱਸ ਕੇ ਉੱਥੇ ਇਲਾਜ ਕਰਾ, ਕਿ ਉਹਦੀ ਪ੍ਰੈਫਰੈਂਸ ਹੋਵੇ ਕਿ ਮੈਂ ਗਵਰਨਮੈਂਟ 'ਚ ਜਾਣਾ। ਇਸ ਕਰਕੇ ਇਹ ਪ੍ਰੈਫਰੈਂਸ ਬਣਾਉਣ ਵਾਸਤੇ ਬਹੁਤ ਮਿਹਨਤ ਕਰਨੀ ਪਊਗੀ, ਕੋਈ ਸੌਖਾ ਕੰਮ ਨਹੀਂ। ਜਿਸ ਲੈਵਲ 'ਤੇ ਅਸੀਂ ਅੱਜ ਪਹੁੰਚੇ ਹੋਏ ਹਾਂ ਉੱਥੋਂ ਬਹੁਤ ਵੱਡੀ ਮਿਹਨਤ ਕਰਨੀ ਪਊਗੀ। ਇਸੇ ਤਰ੍ਹਾਂ ਹੀ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ ਸਾਰਾ, ਉਹ ਸਕੂਲਾਂ ਦਾ ਇੰਨਾ ਅੱਛਾ ਹੋਣਾ ਚਾਹੀਦਾ ਸਾਡਾ ਕਿ ਲੋਕੀ ਪ੍ਰੈਫਰ ਕਰਨ ਕਿ ਗਵਰਨਮੈਂਟ ਸਕੂਲ 'ਚ ਬੱਚਾ ਪਾਉਣਾ। ਸਰ ਆਖਰੀ ਸਵਾਲ ਤੇ ਆਉਂਦੇ ਹਾਂ, ਅਸੀਂ ਦੇਖ ਰਹੇ ਹਾਂ ਦੁਨੀਆ ਵਿੱਚ ਦੇਖ ਲਈਏ ਜਾਂ ਪੂਰੇ ਦੇਸ਼ ਵਿੱਚ ਦੇਖ ਲਈਏ, ਪੰਜਾਬ ਵਿੱਚ ਤਾਂ ਹੈ ਹੀ ਕਿ ਹਰ ਜਗ੍ਹਾ ਇੱਕ ਉਹ ਸਿੱਖ ਫਲਸਫਾ ਜੋ ਦਸਵੰਧ ਹੈ, ਜੋ ਸੇਵਾ ਭਾਵਨਾ ਹੈਗੀ ਹੈ, ਉਹ ਚਮਕ ਕੇ ਆ ਰਹੀ ਹੈ। ਲੋਕ ਅਸੀਂ ਦੇਖ ਰਹੇ ਹਾਂ ਬੜੀ ਜਗ੍ਹਾ ਕੰਮ ਆ ਰਹੇ ਹੈ। ਬਟ ਅੱਜ ਮੌਕਾ ਹੈ, ਭਾਵੇਂ ਜੰਗਾਂ ਹੋਣ ਭਾਵੇਂ ਫੌਜ ਹੋਏ, ਸਿੱਖਾਂ ਨੇ ਹਮੇਸ਼ਾ ਸੇਵਾ ਕੀਤੀ ਹੈ। ਬਟ ਕਿੱਥੇ ਉਹ ਛਵੀ ਹਮੇਸ਼ਾ ਪਲਾਂ ਲਈ ਰਹਿੰਦੀ ਹੈ। ਲੋੜ ਪਈ ਤਾਂ ਵਧੀਆ, ਜਦ ਲੋੜ ਖਤਮ ਹੋ ਜਾਏਗੀ ਤਾਂ ਫਿਰ ਉਹ ਆਤੰਕਵਾਦੀ ਟੈਗ ਆ ਜਾਂਦਾ ਹੈਗਾ। ਇਹਦੇ ਵਿੱਚ ਕਿੱਥੇ ਮੈਂ ਕਮਜ਼ੋਰੀ, ਬਿਕੋਜ਼ ਤੁਸੀਂ ਪੰਥਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ SGPC ਤੋਂ, ਸੋ ਇੱਥੇ ਕਿੱਥੇ ਕਮਜ਼ੋਰੀ ਤੁਹਾਡੇ ਵੱਲੋਂ ਕਿੱਥੇ ਰਹੀ ਹੈ ਕਿ ਉਸ ਛਵੀ ਨੂੰ ਅਸੀਂ ਉਸ ਤਰ੍ਹਾਂ ਨਹੀਂ ਬਣਾ ਸਕੇ ਜੋ ਐਕਚੁਅਲ ਰਿਐਲਿਟੀ ਹੈ? ਬਿਕੋਜ਼ ਉਹ ਦੌਰ ਬੜੀ ਥੋੜ੍ਹੀ ਦੇਰ ਲਈ ਪੰਜਾਬ ਵਿੱਚ ਆਇਆ ਸੀਗਾ, ਕਿਸੇ ਕਾਰਨ ਹਥਿਆਰ ਫੜੇ ਸੀਗੇ, ਬੇਕਾਰਨ ਨਹੀਂ ਫੜੇ ਸੀ। ਬਟ ਉਹ ਜਿਹੜਾ
ਉਹ ਦੌਰ ਹੈ ਉਹ ਬਾਕੀ ਸਾਰੇ ਇੰਨੇ ਮਤਲਬ ਸਦੀਆਂ ਦੇ 500 ਸਾਲ ਦੇ ਇਤਿਹਾਸ ਨੂੰ ਛੋਟਾ ਕਰ ਗਿਆ। ਸੋ ਉਹਨੂੰ ਕੁਝ ਬਦਲਾਉਣ ਵਾਸਤੇ, ਤਾਂ ਕਿ ਜਦ ਸਾਡੇ ਬੱਚੇ, ਮੈਂ ਐਜ਼ ਅ ਬਤੌਰੇ ਮਾਂ ਕਹਿ ਰਹੀ ਹਾਂ, ਮੇਰੇ 2 ਮੁੰਡੇ ਨੇ, ਤਾਂ ਮੈਨੂੰ ਡਰ ਵੀ ਲੱਗਦਾ ਹੈ ਜਦ ਕਿ ਕਿ 1 ਮਿੰਟ ਵਿੱਚ ਬੱਚਿਆਂ ਨੂੰ ਕੋਈ ਆਤੰਕਵਾਦੀ ਵੀ ਕਹਿ ਦੇਗਾ ਕਿੱਥੇ ਬਾਹਰ ਜਾਣਗੇ। ਸੋ ਉਸ ਛਵੀ ਨੂੰ ਅਸੀਂ ਕਿੱਦਾਂ ਬਦਲਣ ਦੀ ਅੱਜ ਉਹ ਲੋੜ ਸਮਝ ਆ ਰਹੀ ਹੈਗੀ ਹੈ। ਦੇਖੋ, ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਸ ਮਹਾਮਾਰੀ ਦੇ ਵਿੱਚ ਜਿਹੜਾ ਸਿੱਖ ਕੌਮ ਦਾ ਇਹ ਅਕਸ ਸੀਗਾ ਸੇਵਾ ਦਾ, ਜਿਹੜਾ ਪੜ੍ਹਾਈ ਭਾਈ ਘਨੱਈਏ ਨੂੰ ਸਿੱਖਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤੀ ਸੀ ਕਿ ਸੇਵਾ ਕਰਦਿਆਂ ਕੋਈ ਭੇਦ ਨਹੀਂ ਰੱਖਣਾ, ਭਾਵੇਂ ਦੋਸਤ ਹੈ ਭਾਵੇਂ ਦੁਸ਼ਮਣ ਹੈ, ਸੇਵਾ ਕਰਨੀ ਹੈ। ਉਹ ਕਿਤੇ ਨਾ ਕਿਤੇ ਉਹ ਜਜ਼ਬਾ ਇੱਕ ਵਾਰੀ ਸਿੱਖ ਕਮਿਊਨਿਟੀ ਦੇ ਵਿੱਚ ਤੁਸੀਂ ਵਰਲਡ ਓਵਰ ਦੇਖ ਲਓ, ਜਿੱਥੇ ਵੀ ਕਿਤੇ ਸਿੱਖ ਬੈਠੇ ਆ। ਔਰ ਇਸ ਗੱਲ ਦੀ ਮੈਂ ਪਰਮਾਤਮਾ ਦਾ ਸ਼ੁਕਰੀਆ ਵੀ ਅਦਾ ਕਰਦਾ ਕਿ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਵੀ ਇਸ ਗੱਲ ਦੀ ਪ੍ਰੇਜ਼ ਹੋਈ ਕਿ ਜੇ ਖਾਲਸੇ ਕਿਤੇ ਬੈਠੇ ਆ ਤੇ ਉਹਨਾਂ ਨੇ ਕੋਵਿਡ ਦੇ ਵਿੱਚ ਭਾਵੇਂ ਕਿਤੇ ਲੰਗਰ ਦੀ ਗੱਲ ਹੈ, ਭਾਵੇਂ ਕਿਤੇ ਮੈਡੀਸਨ ਪਹੁੰਚਾਉਣ ਦੀ ਗੱਲ ਹੈ, ਭਾਵੇਂ ਕੋਈ ਹੋਰ ਜਿਹੜੀ ਹੈ ਮਾਨਵਤਾ ਦੀ ਸੇਵਾ ਕਰਨ ਦੀ ਗੱਲ ਹੈ, ਉਹ ਸੇਵਾ ਕੀਤੀ ਹੈ। ਦਿੱਲੀ ਦੇ ਵਿੱਚ ਵੀ ਬੜਾ ਉਹ ਪ੍ਰਤੱਖ ਦੇਖਣ ਨੂੰ ਆਇਆ। ਪੰਜਾਬ ਦੇ ਵਿੱਚ ਵੀ ਲੋਕ ਇਹ ਮਹਿਸੂਸ ਕਰਦੇ ਆ ਕਿ ਜੇ ਹੋਰ ਕੋਈ ਨਹੀਂ ਤਾਂ ਗੁਰੂ ਘਰਾਂ ਦੇ ਦਰਵਾਜ਼ੇ ਤਾਂ ਹਰ ਗੱਲ ਵਾਸਤੇ ਖੁੱਲ੍ਹੇ ਆ। ਅੱਛਾ, ਵੱਡੀ ਗੱਲ ਸੀ ਇਕੱਲਾ ਲੰਗਰਾਂ ਵਾਸਤੇ ਨਹੀਂ ਖੁੱਲ੍ਹੇ, ਅਸੀਂ ਦਿਲ ਖੋਲ੍ਹਿਆ ਕਿ ਸਰਾਵਾਂ ਨੂੰ ਵੀ ਕੁਆਰੰਟੀਨ ਬਣਾਇਆ, ਜਿਹੜੀ ਮੈਂ ਸਮਝਦਾ ਬੜੀ ਇੱਕ ਅੱਛੀ ਡਿਵੈਲਪਮੈਂਟ ਸੀ। ਆਕਸੀਜਨ ਲੰਗਰ ਲੱਗ ਰਹੇ, ਇਹੋ ਵਿਸ਼ਵ ਜੰਗਾਂ ਵਿੱਚ ਵੀ ਦੇਖਿਆ ਸੀ, ਬਹਾਦਰੀ ਤਾਂ ਹਮੇਸ਼ਾ ਰਹੀ ਹੈ। ਇਸ ਕਰਕੇ ਇਹ ਜਿਹੜੀ ਗੁੜਤੀ ਹੈ ਗੁਰੂ ਨਾਨਕ ਸਾਹਿਬ ਦੀ ਦਿੱਤੀ ਹੋਈ, ਉਹਦਾ ਅਸਰ ਨਜ਼ਰ ਤਾਂ ਆਇਆ। ਪਰ ਇਹ ਠੀਕ ਹੈ ਕਿ ਮਿਨੋਰਟੀ ਕਮਿਊਨਿਟੀ ਹੈ, ਕੁਝ ਜਾਣ ਕੇ ਵੀ ਸਾਡੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਇਹ ਨਹੀਂ ਕਿ ਜਿਹੜੀ ਹੈ ਹਮੇਸ਼ਾ ਸਾਡਾ ਹੀ ਕਸੂਰ ਹੁੰਦਾ, ਕਿਉਂਕਿ ਕਦੀ ਵੀ ਜਿਹੜੀ ਹੈ ਸਾਡੀ ਜੋ ਫਿਲਾਸਫੀ ਹੈ, ਜੋ ਸਾਡੇ ਸੁਭਾਅ ਆ, ਜੋ ਸਾਨੂੰ ਗੁੜਤੀ ਮਿਲੀ ਆ, ਉਹ ਤਾਂ ਹਮੇਸ਼ਾ ਹੀ ਸੇਵਾ ਦੀ ਔਰ ਮਾਨਵਤਾ ਦੀ ਮਿਲੀ ਹੈ। ਹਥਿਆਰ ਤਾਂ ਕਦੀ ਵੀ ਸਿੱਖ ਨੇ ਆਪਣੇ ਆਪ ਨਹੀਂ ਕਦੀ ਚੁੱਕੇ ਕਿ ਕਿਸੇ ਨੂੰ ਮਾਰਨ ਵਾਸਤੇ ਚੁੱਕੇ ਹੋਣ। ਕਿਤੇ ਰੱਖਿਆ ਵਾਸਤੇ ਜਿਹੜੀ ਹੈਗੀ ਆ ਸਾਨੂੰ ਜੋ ਸਿੱਖਿਆ ਮਿਲੀ ਸੀ ਉਹਦੇ ਵਾਸਤੇ ਹੀ ਕਿਤੇ ਚੁੱਕੇ ਹੋਣ ਤਾਂ ਚੁੱਕੇ ਹੋਣ, ਨਹੀਂ ਤਾਂ ਮਾਨਵਤਾ ਹੀ ਸਾਡਾ ਹਮੇਸ਼ਾ ਰਿਹਾ ਔਰ ਸਾਂਝੀਵਾਲਤਾ ਸਾਡਾ ਵਿਸ਼ਾ ਰਿਹਾ। ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ ਦਾ ਸੰਦੇਸ਼ ਹੀ ਗੁਰੂ ਸਾਹਿਬ ਨੇ ਦਿੱਤਾ ਸੀ। ਪਰ ਉੱਥੇ ਇਹਦੇ ਵਿੱਚ ਕਾਫੀ ਅੱਛਾ ਇਹ ਚੀਜ਼ ਉੱਭਰ ਕੇ ਸਾਹਮਣੇ ਆਈ ਹੈ। ਨੋ, ਆਈ ਐਮ ਜਸਟ ਸੇਇੰਗ ਕਿ ਇਸ ਨੂੰ ਇੱਕ ਜ਼ਿੰਮੇਵਾਰੀ ਬਣਦੀ ਹੈ SCPC ਦੀ ਔਰ ਜਾਂ ਪੰਥਕ ਪਾਰਟੀ ਦੀ, ਬਿਕੋਜ਼ ਜੇ 12 ਵਜੇ ਵਾਲਾ ਜੋਕ ਵੀ ਦੇਖੀਏ ਉਹਦਾ ਇਤਿਹਾਸ ਬਹੁਤ ਵੱਖਰਾ ਹੈ। ਬਟ ਉਹ ਜੋਕ ਸਾਡੇ ਬੱਚਿਆਂ ਨੂੰ ਤਾਂ ਖਾਸ ਕਰਕੇ ਸ਼ਹਿਰਾਂ ਵਿੱਚ ਬੜੀ ਵਾਰੀ ਸੁਣਨਾ ਪੈਂਦਾ ਹੈਗਾ। ਮੈਂ ਬੰਬੇ ਰਹੀ ਹਾਂ ਅਤੇ ਮੇਰੇ ਬੇਟੇ ਨੂੰ ਜੂੜੇ ਦਾ ਮਤਲਬ ਉਹਦਾ ਮਜ਼ਾਕ ਵੀ ਸੁਣਨਾ ਪਿਆ। ਸੋ ਕਿੱਥੇ ਇਹ ਇੱਕ ਆਰਗੇਨਾਈਜੇਸ਼ਨ ਲੈਵਲ 'ਤੇ ਉਸ ਛਵੀ ਨੂੰ, ਖਾਸ ਕਰਕੇ ਹੁਣ ਸਾਡੇ ਕੋਲ ਮਟੀਰੀਅਲ ਵੀ ਬੜਾ ਹੈ, ਉਹ ਕਹਿੰਦੇ ਨਾ ਵੀ ਇੰਨਾ ਜ਼ਿਆਦਾ ਹੈਗਾ, ਉਹਦੇ ਬਾਰੇ ਸੋਚਣਾ ਚਾਹੀਦਾ ਹੈਗਾ। ਮੇ ਬੀ ਇਹ ਵੀ ਇੱਕ ਉਪਰਾਲਾ ਸਾਡੇ ਵੱਲੋਂ ਸੁਜੈਸਟ ਕਰ ਰਹੇ ਹਾਂ। ਨਹੀਂ, ਬਿਲਕੁਲ ਬਿਲਕੁਲ। ਇਹਦੇ 'ਚੋਂ ਜਿਹੜੀ ਹੌਲੀ ਹੌਲੀ ਜਦੋਂ ਤੁਹਾਨੂੰ ਸ਼ਾਬਾਸ਼ੀ ਮਿਲਦੀ ਹੈ, ਐਪਰੀਸ਼ੀਏਸ਼ਨ ਹੁੰਦੀ ਹੈ, ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਹੋਰ ਵੀ ਕੁਝ ਬੈਟਰ ਚੀਜ਼ਾਂ ਕਰੀਏ, ਕਿਉਂਕਿ ਇੱਕ ਐਨਕਰੇਜਮੈਂਟ ਵੀ ਹੁੰਦੀ ਹੈ। ਵੈਸੇ ਜਿਹੜੀ ਹੈ ਵਰਲਡ ਵਾਈਡ ਵੀ, ਦੇਸ਼ ਦੇ ਵਿੱਚ ਵੀ ਲੋਕਾਂ ਨੇ ਬੜੇ ਅੱਛੇ ਲੋਕਾਂ ਨੇ, ਮੈਂ ਕਹਿ ਸਕਦਾ ਦੂਜੇ ਧਰਮਾਂ ਦੇ ਲੋਕਾਂ ਨੇ, ਬੜੀਆਂ ਵੱਡੀਆਂ ਪਰਸਨੈਲਿਟੀਜ਼ ਨੇ ਔਨ ਰਿਕਾਰਡ ਆ ਕੇ ਆਪਣੇ ਟਵੀਟਸ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਵੀਡੀਓਜ਼ ਪਾ ਕੇ ਆਫਟਰ ਕਿਤੇ ਨਾ ਕਿਤੇ ਚੀਜ਼ ਉਹਨਾਂ ਨੂੰ ਇਫੈਕਟ ਕੀਤੀ ਹੈ। ਮੈਂ ਬੜੇ ਅੱਛੇ ਰਾਈਟਰਸ ਦੇਖੇ ਆ ਦੂਜੇ ਧਰਮਾਂ ਦੇ, ਜਿਨ੍ਹਾਂ ਨੇ ਬੜੀ ਦਿਲੋਂ ਐਪਰੀਸ਼ੀਏਟ ਕੀਤਾ ਕਿ ਜਿਵੇਂ ਮਰਜ਼ੀ ਆ ਸਿੱਖ ਕਾਫੀ ਇੰਟਰਨੈਸ਼ਨਲ ਚੈਨਲਸ ਤੇ ਵੀ ਸਾਡੀ ਬਹੁਤ ਤਾਰੀਫ ਗੱਲ ਕਰਦੇ। ਇਹ ਇੱਕ ਸ਼ਾਬਾਸ਼ੀ ਵੀ ਆ, ਔਰ ਜਿਹੜੀ ਸ਼ਾਬਾਸ਼ੀ ਆ ਤੁਹਾਨੂੰ ਅੱਛੇ ਪਾਸੇ ਵੀ ਲੈ ਕੇ ਜਾਂਦੀ। ਜਦੋਂ ਤੁਹਾਨੂੰ ਕੰਮ ਦਾ ਤੁਹਾਡੇ ਆਲੇ ਦੁਆਲੇ ਵਾਲੇ ਰਿਵਾਰਡ ਦੇਣਾ ਸ਼ੁਰੂ ਕਰ ਦੇਣ, ਰੈਕੋਗਨੀਸ਼ਨ ਹੋਣੀ ਸ਼ੁਰੂ ਹੋ ਜਾਏ, ਤੇ ਫਿਰ ਕੁਦਰਤੀ ਗੱਲ ਹੁੰਦੀ ਉਹ ਸਪਿਰਿਟ ਸਾਡੀ ਹੋਰ ਅੱਗੇ ਜਾਂਦੀ। ਕਿਉਂਕਿ ਬੇਸ ਸਾਡਾ ਪਹਿਲਾਂ ਹੀ ਬੜਾ ਵੱਡਾ ਆਧਾਰ ਸਾਡਾ ਗੁਰਬਾਣੀ ਦਾ, ਫਿਲਾਸਫੀ ਸਾਡੀ ਬਹੁਤ ਵੱਡੀ ਆ। ਤੇ ਜਦੋਂ ਕੰਮ ਹੁੰਦਾ ਗਰਾਊਂਡ ਦੇ ਉੱਤੇ ਤੇ ਉਹਦੀ ਐਪਰੀਸ਼ੀਏਸ਼ਨ ਹੁੰਦੀ ਆ, ਤੇ ਕੌਮ ਦੇ ਅੱਗੇ ਵਧਣ ਵਾਸਤੇ ਇੱਕ ਮੌਕਾ ਹੁੰਦਾ। ਸੋ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ, ਤੇ ਉਮੀਦ ਕਰਦੇ ਹਾਂ ਤੁਹਾਡਾ ਉਪਰਾਲਾ ਜੋ ਇਸ ਵਕਤ ਸਿਆਸਤ ਛੱਡ ਕੇ ਸਿਰਫ ਮਦਦ ਧਿਆਨ ਦਾ ਉਹ ਚੱਲਦਾ ਰਹੇ ਤੇ ਸਿਆਸਤ 'ਤੇ ਹਾਵੀ ਨਾ ਹੋਵੇ। ਸੋ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਚੱਲੇ। ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਪਰਮਾਤਮਾ ਦੀ ਕਿਰਪਾ ਰਹਿਣੀ ਚਾਹੀਦੀ ਹੈ, ਇਸ ਕਰਕੇ ਉਹਦੀ ਕਿਰਪਾ ਦੇ ਨਾਲ ਹੀ ਨਮਰਤਾ ਹੁੰਦੀ ਹੈ, ਔਰ ਮੈਂ ਉਮੀਦ ਕਰਦਾ ਕਿ ਅਕਾਲ ਪੁਰਖ ਸਾਡੇ 'ਤੇ ਬਖਸ਼ਿਸ਼ ਕਰੇ। ਥੈਂਕ ਯੂ।